फिर हार्दिक स्वागत ਸਾਰਿਆਂ ਨੂੰ। ਪਹਿਲਾਂ ਤਾਂ 77ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਮੇਰੇ ਨਾਲ ਜੁੜ ਚੁੱਕੇ ਨੇ। ਰਜਿੰਦਰ ਮਹਿੰਦਰੂ ਜੀ, ਅੱਜ ਦੀ ਚਰਚਾ ਅਸੀਂ ਇਸੇ ਮਹਾਨ ਮੱਤਾ ਜਿਹੜਾ ਇਹ ਪਲ ਹੈ ਇਹਦੇ ਨਾਲ ਸੰਬੰਧਿਤ ਹੀ ਕਰਾਂਗੇ। ਕੱਲ ਅਸੀਂ ਝੰਡੇ ਫਹਿਰਾਏ ਨੇ, ਲੀਡਰਾਂ ਨੇ ਤਿਰੰਗਾ ਫਹਿਰਾਇਆ ਸਾਰੇ ਪਾਸੇ, ਘਰ ਘਰ ਤਿਰੰਗਾ ਦੀ ਮੁਹਿੰਮ ਕੇਂਦਰ ਸਰਕਾਰ ਨੇ ਵੀ ਚਲਾਈ ਹੈ। ਬੜਾ ਇੱਕ ਮਾਣ ਹੁੰਦਾ, ਆਪਣੇ ਦੇਸ਼ ਤੇ ਮਾਣ ਕਰਨ ਦਾ ਵੇਲਾ ਹੈ ਇਹ, ਕਿਉਂਕਿ ਇਹਨਾਂ ਆਜ਼ਾਦੀ ਤੋਂ ਬਾਅਦ ਦਾ ਜਿਹੜਾ ਇਹ ਸਫ਼ਰ ਹੈ ਉਹ ਜਿਹੜਾ ਅੰਮ੍ਰਿਤ ਮਹੋਤਸਵ ਜਿਹੜਾ ਕੇਂਦਰ ਸਰਕਾਰ ਲੈ ਕੇ ਆਈ ਹੈ ਉਹਦੇ ਤਹਿਤ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਵੀਆਂ ਨਵੇਕਲੀਆਂ ਕੀਤੀਆਂ ਜਾ ਰਹੀਆਂ ਨੇ। ਤੇ ਕੱਲ ਤਾਂ ਲਾਲ ਕਿਲੇ ਦੀ ਪ੍ਰਚੀਤ ਮੋਦੀ ਜੀ ਨੇ ਇਹ ਵੀ ਐਲਾਨ ਕਰਤਾ ਕਿ ਮੈਂ ਇਸ ਗੱਲ ਦੀ ਗਰੰਟੀ ਦੇ ਰਿਹਾ ਕਿ ਜਿਹੜੀ ਭਾਰਤ ਆ ਇਹ ਤੀਜੀ ਵਿਸ਼ਵ ਸ਼ਕਤੀ ਬਣ ਜਾਊ ਆਰਥਿਕ ਤੌਰ ਤੇ। ਇਸ ਗੱਲ ਦੀ ਵੀ ਜਿਹੜੀ ਆ ਉਹ ਗਰੰਟੀ ਦਿੰਦੇ ਨਜ਼ਰ ਆਏ। ਸੋ ਲੇਕਿਨ ਨਾਲ ਦੀ ਨਾਲ ਗੱਲ ਕਰਦੇ ਆ ਮਹਿੰਦਰੂ ਜੀ, ਜਿੱਥੇ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੇ ਵਰਣਨਯੋਗ ਨੇ ਜਿਹੜੀਆਂ ਤੇ ਮਾਣ ਕਰਨਾ ਬਣਦਾ, ਪਰ ਨਾਲ ਦੇ ਨਾਲ ਇੱਕ ਬੜਾ ਦਿਲਚਸਪ ਜਿਹਾ ਸਵਾਲ ਪੈਦਾ ਰਹਿੰਦਾ ਹਮੇਸ਼ਾ, ਖਾਸ ਤੌਰ ਤੇ ਉਹ ਲੋਕ ਜਿਹੜੇ ਕਿ ਇਹਦੇ ਨਾਵਾਂ ਨੂੰ ਲੈ ਕੇ ਜਿਹੜੇ ਬੜੇ ਤਰੀਕੇ ਦੀ ਜਿਹੜੀ ਚਰਚਾ ਉਹ ਜ਼ਰੂਰ ਚਲਾਉਂਦੇ ਰਹਿੰਦੇ ਨੇ। ਵੱਖ-ਵੱਖ ਵਿਚਾਰਧਾਰਾਵਾਂ ਨਾਲ ਸੰਬੰਧਿਤ ਲੋਕ ਉਹ ਆਪੋ ਆਪਣੇ ਸਹੂਲਤ ਮੁਤਾਬਕ ਅਲੱਗ-ਅਲੱਗ ਨਾਂ ਦੇ ਉੱਤੇ ਇਹਦੇ ਤੇ ਜ਼ਿਕਰ ਕਰਦੇ ਨਜ਼ਰ ਆਉਂਦੇ ਨੇ। ਕੋਈ ਕਹਿੰਦਾ ਕਿ ਇਹਦਾ ਨਾਂ ਭਾਰਤ ਹੈ, ਕੋਈ ਕਹਿੰਦਾ ਇਹਦਾ ਨਾਂ ਇੰਡੀਆ ਹੈ, ਕੋਈ ਕਹਿੰਦਾ ਭਾਰਤ ਦੈਟ ਇਜ਼ ਇੰਡੀਆ ਹੈ ਸੰਵਿਧਾਨ ਦੇ ਵਿੱਚ, ਤੇ ਕੋਈ ਲੋਕ ਇਹ ਵੀ ਨੇ ਜਿਹੜੇ ਇਹ ਚਾਹੁੰਦੇ ਨੇ ਕਿ ਇਹ ਪ੍ਰਾਚੀਨ ਚੀਨ ਕਾਲ ਤੋਂ ਜਿਹੜਾ ਇਹਦਾ ਨਾਂ ਹਿੰਦੁਸਤਾਨ ਰਿਹਾ ਤੇ ਇਹਨੂੰ ਹਿੰਦੁਸਤਾਨ ਦੇ ਨਾਲ ਜਿਹੜਾ ਪੁਕਾਰਿਆ ਜਾਵੇ। ਹਾਲਾਂਕਿ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਨ੍ਹਾਂ ਨੂੰ ਇਹਨਾਂ ਤਿੰਨਾਂ ਨਾਵਾਂ ਦੇ ਵਿੱਚ ਕੋਈ ਫਰਕ ਨਹੀਂ ਲੱਗਦਾ, ਕਹਿੰਦੇ ਨੇ ਜਿਹੜੇ ਮਰਜ਼ੀ ਨਾਂ ਨਾਲ ਬੁਲਾ ਲਓ, ਰਹਿਣਾ ਤਾਂ ਉਸ ਮੁਲਕ ਨੇ, ਉਸ ਮਾਨਵਤਾ ਮੁਲਕ ਹੀ ਹੈ। ਪਰ ਫਿਰ ਵੀ ਬੜੀ ਦਿਲਚਸਪ ਗਾਥਾ ਹੈ ਇਹਦੇ ਨਾਮਕਰਨ ਦੀ। ਇੱਕ ਇਤਿਹਾਸਕਾਰ ਨੇ ਪ੍ਰੋਫੈਸਰ ਸੰਜੇ ਸਵਰਨਕਾਰ, ਉਹਨਾਂ ਨੇ ਇੱਕ ਅਖਬਾਰ ਦੇ ਵਿੱਚ ਗਾਥਾ ਲਿਖੀ ਹੈ, ਦੱਸਿਆ ਕਿ ਇਹ ਤਾਂ ਜੀ ਵੈਦਿਕ ਕਾਲ ਤੋਂ ਚੱਲ ਰਿਹਾ। ਜਿਹੜੇ ਅੱਜ ਅਸੀਂ ਕਹਿੰਦੇ ਅੱਜ ਸਾਲ ਜਿਹੜੇ ਚੱਲ ਰਹੇ ਨੇ 2023, ਕਹਿੰਦੇ ਈਸਵੀ ਸਾਲ ਹੈ, ਈਸਾ ਪੂਰਵ। ਇਸ ਤੋਂ ਪਹਿਲਾਂ ਵੀ ਕਹਿੰਦੇ ਸਾਲ ਤੇ ਚੱਲਦੇ ਸੀਗੇ, ਇਤਿਹਾਸ ਤੇ ਪਹਿਲੇ ਸੀਗਾ, ਪਰ ਪਹਿਲੇ ਇਤਿਹਾਸ ਲਿਖਣ ਦਾ ਜਿਹੜਾ ਬਹੁਤਾ ਜ਼ਿਆਦਾ ਰੁਝਾਨ ਜਿਹੜਾ ਉਹ ਹੈ ਨਹੀਂ ਸੀ। ਪਰ ਵੈਦਿਕ ਕਾਲ ਦੇ ਵਿੱਚ ਵੀ ਕਹਿੰਦੇ ਜਿਹੜਾ ਇਤਿਹਾਸ ਹੈ ਇਹ ਵੇਦਾਂ ਦੀਆਂ ਰਚਨਾਵਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ ਨੇ। ਜਦੋਂ ਤੋਂ ਵੇਦ ਰਚੇ ਗਏ ਨੇ ਸਭ ਤੋਂ ਪਹਿਲੀ ਰਚਨਾ, ਉਸ ਤੋਂ ਬਾਅਦ ਇਸ ਪਾਸੇ ਲੇਖਾਂ ਵਾਲੇ ਪਾਸੇ ਆਪਣੀਆਂ ਚੀਜ਼ਾਂ ਨੂੰ, ਵਿਰਾਸਤ ਨੂੰ ਸੰਭਾਲਣ ਵਾਲੇ ਪਾਸੇ ਜਿਹੜਾ ਉਹ ਮਨੁੱਖ ਤੇਜ਼ੀ ਨਾਲ ਵਧਿਆ। ਤੇ ਗੱਲ ਆਪਾਂ ਕਰੀਏ ਮਹਿੰਦਰੂ ਜੀ, ਤੇ ਭਾਰਤ ਨੂੰ ਇੰਡੀਆ ਜਾਂ ਹਿੰਦੁਸਤਾਨ ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਸ੍ਰਿਸ਼ਟੀ ਦੀ ਜਿਹੜੀ ਰਚਨਾ ਹੈ ਇਹ ਤਾਂ ਬਹੁਤ ਪਹਿਲਾਂ ਜਿਹੜੀ ਆ ਹੋ ਗਈ, ਲੇਕਿਨ ਉਸ ਸਮੇਂ ਉਸ ਤਰ੍ਹਾਂ ਦੀ ਜਾਤੀ ਇਨਸਾਨ ਜਿਹੜਾ ਆ ਉਹ ਇੰਨਾ ਸક્ષਮ ਨਹੀਂ ਸੀ। ਉਸ ਸਮੇਂ ਸੁਵਿਧਾਵਾਂ ਨਹੀਂ ਸੀ। ਅੱਜ ਜਿਹੜੀਆਂ ਸੁਵਿਧਾਵਾਂ ਜਾਂ ਅੱਜ ਜਿਹੜੀਆਂ ਵਸਤੂਆਂ ਸਾਨੂੰ ਅੱਜ ਬਹੁਤ ਸੌਖੇ ਤਰੀਕੇ ਨਾਲ ਮਿਲ ਜਾਂਦੀਆਂ ਨੇ, ਉਸ ਸਮੇਂ ਇਹ ਚੀਜ਼ਾਂ ਦੀ ਕੋਈ ਵੀ ਰਚਨਾ ਨਹੀਂ ਸੀ ਹੋਈ। ਉਸ ਸਮੇਂ ਕੋਈ ਵੀ ਅਵਿਸ਼ਕਾਰ ਇਸ ਤਰ੍ਹਾਂ ਦੇ ਨਹੀਂ ਸੀ ਹੋਏ ਤਾਂ ਕਿ ਉਹ ਲੋਕ ਜਿਹੜੇ ਹੈ ਇਸਤੇਮਾਲ ਕਰ ਸਕਦੇ। ਤੁਹਾਨੂੰ ਯਾਦ ਹੋਵੇਗਾ ਪਹਿਲਾਂ ਜਦੋਂ ਸ਼ੁਰੂਆਤ ਦੇ ਵਿੱਚ ਲਿਖਣਾ ਸ਼ੁਰੂ ਹੋਇਆ ਤਾਂ ਇਹ ਭੋਜ ਪੱਤਰਾਂ ਦੇ ਉੱਤੇ ਲਿਖਣਾ ਪਿਆ। ਇਸ ਤਰ੍ਹਾਂ ਦੇ ਜਿਹੜੇ ਪੱਤਰ ਸੀ, ਜਿਹੜੇ ਪੱਤੇ ਜਿਨ੍ਹਾਂ ਨੂੰ ਆਪਾਂ ਕਹਿ ਲੈਂਦੇ ਆ, ਪੱਤਰ ਕਹਿ ਲੈਂਦੇ ਆ, ਉਸ ਤਰ੍ਹਾਂ ਦੇ ਜਿਹੜੀਆਂ ਚੀਜ਼ਾਂ ਸੀ ਜਿਹੜੀਆਂ ਕਿ ਉਸ ਸਮੇਂ ਦੇ ਬੁੱਧੀਜੀਵੀਆਂ ਨੂੰ ਇਹ ਲੱਗਦਾ ਸੀ ਕਿ ਇਹ ਚੀਜ਼ਾਂ ਦੀ ਸਾਂਭ ਸੰਭਾਲ ਲੰਬੇ ਸਮੇਂ ਤੱਕ ਕੀਤੀ ਜਾ ਸਕਦੀ ਹੈ। ਤਾਂ ਉਸ ਦੇ ਉੱਤੇ ਲਿਖਣ ਦੇ ਜਿਹੜੇ ਤਰੀਕੇ ਆ ਤੁਸੀਂ ਦੇਖ ਲਓ, ਪਹਿਲਾਂ ਮੋਰ ਦੇ ਖੰਭ ਦੇ ਨਾਲ ਲਿਖਦੇ ਸੀ, ਫਿਰ ਹੌਲੀ ਹੌਲੀ ਡੰਕ ਵਾਲੇ ਜਿਹੜੇ ਆ ਉਹ ਕਲਮਾਂ ਬਣ ਗਈਆਂ, ਫਿਰ ਸੁਧਾਰ ਹੁੰਦੇ ਹੁੰਦੇ ਇਹ ਚੀਜ਼ਾਂ ਤਾਂ ਅਸੀਂ ਖੁਦ ਦੇਖੀਆਂ। ਲੇਕਿਨ ਜੇ ਉਸ ਤੋਂ ਵੀ ਪਿੱਛੇ ਚੱਲ ਜਾਈਏ, ਹਜ਼ਾਰਾਂ ਸਾਲ ਪਿੱਛੇ, ਤਾਂ ਉਦੋਂ ਦਾ ਇਤਿਹਾਸ ਲਿਖਣ ਦਾ ਕੋਈ ਸਾਧਨ ਨਹੀਂ ਸੀ, ਪਰ ਇਤਿਹਾਸ ਤਾਂ ਬਿਰਾਜਮਾਨ ਹੈ ਅੱਜ ਵੀ ਤੇ ਉਦੋਂ ਵੀ। ਸੋ ਇਸ ਕਰਕੇ ਇਹ ਸਾਡੇ ਦੇਸ਼ ਨੂੰ ਬਹੁਤ ਹੀ ਮਾਣ ਹੈ ਦੁਨੀਆ ਦੇ ਵਿੱਚ ਮਿਲਿਆ ਹੋਇਆ ਕਿ ਸਾਡੇ ਦੇਸ਼ ਦੇ ਵਿੱਚ ਸਾਡੀ ਜਿਹੜੀ ਭੂਮੀ ਹੈ, ਇਸ ਭੂਮੀ ਦੇ ਉੱਤੇ ਬਹੁਤ ਪ੍ਰਾਚੀਨ ਕਾਲ ਤੋਂ ਇਤਿਹਾਸ ਅੱਜ ਵੀ ਬਿਰਾਜਮਾਨ ਹੈ। ਇਤਿਹਾਸਕਾਰ ਜਦੋਂ ਇਸ ਨੂੰ ਖੰਗਾਲਦੇ ਆ ਤਾਂ ਉਹ ਦੇਖਦੇ ਆ ਕਿ ਬਹੁਤ ਪੁਰਾਣੇ ਤੋਂ ਪੁਰਾਣੀਆਂ ਚੀਜ਼ਾਂ ਹਿੰਦੁਸਤਾਨ ਦੇ ਵਿੱਚ ਅੱਜ ਵੀ ਬਿਰਾਜਮਾਨ ਨੇ। ਬਹੁਤ ਸਾਰੇ ਐਸੇ ਮਿਊਜ਼ੀਅਮ ਹਾਊਸ ਜਿਹੜੇ ਬਣੇ ਹੋਏ ਨੇ, ਉਹਨਾਂ ਦੇ ਵਿੱਚ
ਜਿਹੜੇ ਹੈ ਸਾਂਭ ਸੰਭਾਲ ਕੀਤੀ ਹੋਈ ਆ। ਇਸ ਦਾ ਪਾਰਟਿਕੂਲਰ ਇੱਕ ਤੁਹਾਨੂੰ ਪਤਾ ਹੈ ਕਿ ਵਿਭਾਗ ਬਣਾਇਆ ਹੈ, ਪੁਰਾਤਨ ਵਿਭਾਗ, ਉਸ ਦੇ ਵਿੱਚ ਜਿਹੜਾ ਹੈ ਸਾਰਾ ਕੁਝ ਰੱਖਿਆ ਗਿਆ ਤੇ ਸਮੇਂ-ਸਮੇਂ ਤੇ ਖੋਜ ਹੁੰਦੀ ਰਹਿੰਦੀ ਆ। ਤੇ ਗੱਲ ਜਿਹੜੀ ਆ ਗਈ ਵੈਦਿਕ ਕਾਲ ਦੀ, ਇਸ ਦੇ ਮੁਤਾਬਿਕ ਸਨਾਤਨ ਜਿਹੜਾ ਆ ਉਸ ਦੇ ਮੁਤਾਬਿਕ ਜਿਹੜਾ ਰਿਸ਼ੀਆਂ ਮੁਨੀਆਂ ਨੇ, ਕਿਉਂਕਿ ਉਦੋਂ ਜਿਹੜੇ ਬੁੱਧੀਜੀਵੀ ਸੀ ਉਹ ਧਿਆਨ ਦੇ ਨਾਲ ਜੁੜੇ ਰਹਿੰਦੇ ਸੀ, ਤਾਂ ਹੀ ਕਰਕੇ ਉਹ ਜਿਹੜਾ ਹੈ ਇਹਦੇ ਉੱਪਰ ਇੱਕ ਕਹਿ ਲਓ ਕਿ ਰਿਸਰਚ ਕਰਦੇ ਰਹਿੰਦੇ ਸੀ ਤੇ ਸਮੇਂ-ਸਮੇਂ ਦੇ ਉੱਤੇ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਆ ਉਹ ਸਾਹਮਣੇ ਲੈ ਕੇ ਆਂਦੇ ਨੇ। ਤੇ ਬਾਕੀ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇਹ ਨਾਮ ਕਿਸ ਤਰੀਕੇ ਨਾਲ ਰੱਖਿਆ ਗਿਆ, ਤੇ ਅਗਲੀ ਗੱਲ ਜਿਹੜੀ ਹੈ ਉਹ ਆਪਾਂ ਫਿਰ ਕਰਦੇ ਹਾਂ। ਜੀ ਬਿਲਕੁਲ ਜੀ ਬਿਲਕੁਲ। ਜਿਹੜੇ ਆਪਾਂ ਭਾਰਤ ਵਰਸ਼ ਦੀ ਗੱਲ ਕਰੀਏ, ਕਿਉਂਕਿ ਟਾਈਮ ਅੱਜ ਘੱਟ ਹੈ ਤੇ ਥੋੜੇ ਸਮੇਂ ਦੇ ਵਿੱਚ ਅਸੀਂ ਬਹੁਤ ਸਾਰਾ ਭੰਡਾਰ ਹੈ ਜਿਹਤੇ ਵਿਚਾਰ ਕਰਨੀ ਹੈ। ਕਹਿੰਦੇ ਭਾਰਤ ਨਾਮ ਦਾ ਜਿਹੜਾ ਸਭ ਤੋਂ ਪੁਰਾਣਾ ਜਿਹੜਾ ਸਬੂਤ ਹੈ ਉਹ ਰਿਗਵੇਦ ਵਿੱਚੋਂ ਮਿਲਿਆ, ਜਿਹੜਾ ਸਭ ਤੋਂ ਪਹਿਲਾ ਵੇਦ ਜੀ ਮੰਨਿਆ ਜਾਂਦਾ ਸੰਸਾਰ ਦਾ ਗ੍ਰੰਥ। ਉਹਦੇ ਵਿੱਚ ਕਹਿੰਦੇ ਇਹਨੂੰ ਇੱਕ ਯੁੱਧ ਵਿੱਚ ਜਿਹੜਾ ਭਾਰਤ ਨਾਮ ਦਾ ਇੱਕ ਕਬੀਲਾ ਸੀ ਪਹਿਲਾਂ, ਉਹਦਾ ਜ਼ਿਕਰ ਮਿਲਦਾ, ਤੇ ਇਸ ਤੋਂ ਬਾਅਦ ਭਾਰਤ ਨਾਮ ਦਾ ਇੱਕ ਜਿਹੜਾ ਨਾਲ ਰਾਜਾ ਮਿਲਦਾ, ਤੇ ਕਹਿੰਦੇ ਉਹਦੇ ਨਾਂ ਦੇ ਉੱਤੇ ਹੀ ਜਿਹੜਾ ਇਹ ਮੁਲਕ ਆ ਇਹ ਫੈਲਦਾ ਗਿਆ, ਜਿਹੜਾ ਕਿ ਬਾਅਦ ਚ ਜਿਹੜੇ ਕੌਰਵ ਤੇ ਪਾਂਡਵ ਸੀ, ਕਹਿੰਦੇ ਪਤਾ ਲੱਗਾ ਕਿ ਇਹਨਾਂ ਦੇ ਪਿਛੋਕੜ ਵਿੱਚ ਸ਼ੁਰੂਆਤ ਜਿਹੜੀ ਹੈ ਇਸੇ ਕਬੀਲੇ 'ਚ ਹੋਈ ਸੀ, ਤੇ ਉਹਦੇ ਨਾਂ ਦੇ ਉੱਤੇ ਹੀ ਜਿਹੜਾ ਭਾਰਤ ਦਾ ਨਾਮ ਹੀ ਜਿਹੜਾ ਉਹ ਚੱਲਦਾ ਆ ਰਿਹਾ। ਤੇ ਦੂਜੇ ਪਾਸੇ ਗੱਲ ਕਰਾਂਗੇ ਉੱਤਰ ਵੈਦਿਕ ਕਾਲ, ਵੇਦਾਂ ਤੋਂ ਵੀ ਪਹਿਲਾਂ। ਕਹਿੰਦੇ ਵੱਖ-ਵੱਖ ਧਰਮ ਗ੍ਰੰਥਾਂ ਵਿੱਚ ਦੇਸ਼ ਨੂੰ ਕਹਿੰਦੇ ਮਹਾਨ ਸਮਰਾਟ ਚੱਕਰਵਰਤੀ ਰਾਜਾ ਭਾਰਤ, ਉੱਥੇ ਵੀ ਜ਼ਿਕਰ ਆਇਆ। ਇਹਦੇ ਵਿੱਚ ਕਹਿੰਦੇ ਵਿਸ਼ਨੂੰ ਪੁਰਾਣ, ਵਾਯੂ ਪੁਰਾਣ, ਲਿੰਗ ਪੁਰਾਣ, ਬ੍ਰਹਮਾਂਡ ਪੁਰਾਣ, ਅਗਨੀ ਪੁਰਾਣ, ਸਕੰਦ ਪੁਰਾਣ ਤੇ ਮਾਰਕੰਡੇ ਪੁਰਾਣ, ਕਹਿੰਦੇ ਇਹਨਾਂ ਦੇ ਵਿੱਚ ਵੀ ਇਸ ਤਰੀਕੇ ਨਾਲ ਜ਼ਿਕਰ ਆਇਆ, ਜਿਹਦੇ ਵਿੱਚ ਦੱਸਿਆ ਗਿਆ ਕਿ ਸਮੁੰਦਰ ਦੇ ਉੱਤਰ ਵਿੱਚ ਹਿਮਾਚਲ ਦੇ ਦੱਖਣ ਵਿੱਚ, ਹਿਮਾਲਾ ਦੇ ਦੱਖਣ ਵਿੱਚ, ਸਮੁੰਦਰ ਦੇ ਉੱਤਰ ਵਿੱਚ ਜੋ ਭੂਮੀ ਹੈ ਉਸ ਭੂਮੀ ਨੂੰ ਭਾਰਤ ਕਹਿੰਦੇ ਆ, ਤੇ ਇਸੇ ਪਵਿੱਤਰ ਭੂਮੀ ਉੱਤੇ ਰਹਿਣ ਵਾਲੇ ਨੂੰ ਭਾਰਤੀ, ਇਸ ਤਰ੍ਹਾਂ ਜ਼ਿਕਰ ਆਇਆ। ਦੂਜੇ ਪਾਸੇ ਇਹ ਵੀ ਦੱਸਦੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਤੇ ਸਿੰਧੂ ਨਦੀ ਤੋਂ ਲੈ ਕੇ ਬ੍ਰਹਮਪੁੱਤਰ ਤੱਕ ਉਹ ਜਿਹੜਾ ਦੇਸ਼ ਆ, ਜਿਹੜਾ ਮੁਲਕ ਆ, ਉਹ ਭਾਰਤ ਹੈ। ਤੇ ਹਾਲਾਂਕਿ ਮੁੱਢਲੇ ਤੌਰ ਤੇ ਇਹਦੀ ਗੱਲ ਕਰਦੇ ਆ, ਜਿਵੇਂ ਵੇਦਾਂ ਤੇ ਆਪਾਂ ਹਵਾਲਾ ਲਈਏ, ਜ਼ਿਕਰ ਉਹ ਕਰ ਰਹੇ ਨੇ ਸਿੰਧੂ ਦਾ, ਜ਼ਿਕਰ ਕਰ ਰਹੇ ਨੇ ਹਿਮਾਲਿਆ ਦਾ, ਤੇ ਜਦੋਂ ਆਪਾਂ ਬਾਅਦ ਵਿੱਚ ਜਿਹੜੇ ਨਾਂ ਆਉਂਦੇ ਨੇ ਉਸ ਤੋਂ ਬਾਅਦ ਨਾਂ ਪ੍ਰਚਲਿਤ ਰਿਹਾ ਹਿੰਦੁਸਤਾਨ, ਕਿਉਂਕਿ ਹਿੰਦੁਸਤਾਨ 550 ਸਾਲ ਪਹਿਲਾਂ ਦਾ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਵੀ ਇਸ ਮੁਲਕ ਦਾ, ਇਸ ਖੇਤਰ ਦਾ, ਭੂਖੰਡ ਦਾ, ਅਗਰ ਇਸ ਸੰਸਕ੍ਰਿਤੀ ਦਾ ਨਾਮ ਆਇਆ ਤਾਂ ਹਿੰਦੁਸਤਾਨ ਵਜੋਂ ਆਇਆ। ਤੇ ਕਹਿੰਦੇ ਨੇ ਹਿੰਦੁਸਤਾਨ ਦਾ ਸੰਬੰਧ ਜਿਹੜੇ ਵੱਖ-ਵੱਖ ਵਿਦੇਸ਼ਾਂ ਤੋਂ ਧਾੜਵੀ ਆਏ ਸੀ ਉਹਨਾਂ ਦੀ ਬੋਲੀ ਦੇ ਨਾਲ ਹੈਗਾ, ਤੇ ਇੰਡੀਆ ਦਾ ਸੰਬੰਧ ਵੀ ਕਹਿੰਦੇ ਉਸੇ ਬੋਲੀ ਦੇ ਨਾਲ ਹੈ। ਤੇ ਇਹਦੀ ਗੱਲ ਕਰਦੇ ਆ ਭੂਗੋਲਿਕ ਪਹਿਚਾਣ ਦੀ, ਕਹਿੰਦੇ ਹਿਮਾਲਿਆ ਦੇ ਕੋਲ ਹੋਣ ਕਾਰਨ ਜਿਹੜੇ ਹੈ ਨਾ, ਇਹਨੂੰ ਕਈ ਵਾਰੀ ਆਰਿਆਵਰਤ ਕਿਹਾ ਗਿਆ, ਬ੍ਰਹਮ ਰਿਸ਼ੀ ਦੇਸ਼ ਵੀ ਕਿਹਾ ਗਿਆ। ਸਿੰਧੂ ਨਦੀ ਦੇ ਹੋਰ ਨਦੀਆਂ ਦੇ ਕਿਨਾਰੇ ਹੋਣ ਕਾਰਨ ਇਹਨੂੰ ਸਪਤ ਸਿੰਧੂ ਜਾਂ ਸਪਤ ਸਿੰਧ ਵੀ ਕਿਹਾ ਗਿਆ। ਤੇ ਇਸੇ ਸਿੰਧ ਨਦੀ ਦੇ ਕਾਰਨ ਹੀ ਜਿਹੜੇ ਗ੍ਰੀਕ ਤੋਂ ਆਏ ਸੀ ਹਮਲਾਵਰ, ਉਹਨਾਂ ਨੇ ਸਿੰਧ ਨੂੰ ਇੰਡਸ ਨਾਮ ਦਿੱਤਾ, ਇੰਡਸ ਤੋਂ ਇੰਡੀਆ ਬਣਿਆ। ਇਸੇ ਤਰ੍ਹਾਂ ਜਿਹੜੇ ਫਾਰਸੀ ਸੀ ਉਹਨਾਂ ਨੇ ਸਿੰਧ ਨੂੰ ਹਿੰਦ ਕਿਹਾ ਆਪਣੀ ਬੋਲੀ ਦੇ ਹਿਸਾਬ ਨਾਲ, ਉੱਥੋਂ ਵੀ ਹਿੰਦ ਤੋਂ ਹਿੰਦੁਸਤਾਨ ਜਿਹੜਾ ਉਹ ਬਣਿਆ। ਕਹਿਣ ਦਾ ਭਾਵ ਤੇ ਇਹ ਹੈ ਕਿ ਕਿਉਂਕਿ ਹਮਲਾਵਰ ਬਹੁਤ ਆਉਂਦੇ ਰਹੇ ਵਿਦੇਸ਼ਾਂ ਤੋਂ, ਬਹੁਤ ਸਾਰੀਆਂ ਸੰਸਕ੍ਰਿਤੀਆਂ ਇੱਥੇ ਹਿੰਦੁਸਤਾਨ ਦੀ ਧਰਤੀ ਤੇ ਆਉਂਦੀਆਂ ਰਹੀਆਂ, ਲੇਕਿਨ ਹਿੰਦੁਸਤਾਨ ਦੀ ਧਰਤੀ ਉਹਨਾਂ ਸਾਰਿਆਂ ਨੂੰ ਜਜ਼ਬ ਕਰਦੀ ਹੈ ਆਪਣੇ ਵਿੱਚ, ਉਹਨਾਂ ਨੂੰ ਇੱਥੇ ਵਸਣ ਦਾ, ਰਹਿਣ ਦਾ, ਵਿਕਸਿਤ ਹੋਣ ਦਾ ਜਿਹੜਾ ਬਕਾਇਦਾ ਮੌਕਾ ਮਿਲਦਾ ਰਿਹਾ। ਇਹਨਾਂ ਨੇ ਲੋਕਾਂ ਨੇ ਕਦੀ ਵੀ ਜਿਹੜੇ ਬਾਹਰਲੇ ਹਮਲਾਵਰ ਸੀ ਉਹਨਾਂ ਨੂੰ ਵਾਪਸ ਜਿਹੜਾ ਉਹਨਾਂ ਦੀਆਂ ਜ਼ਮੀਨਾਂ ਵੱਲ ਨੂੰ ਨਹੀਂ ਧੱਕਿਆ। ਸ਼ਾਇਦ ਇਹੋ ਹੀ ਇੱਕ ਖਾਸ ਜਿਹੜੀ ਵਿਲੱਖਣਤਾ ਇਹਨਾਂ ਲੋਕਾਂ ਦੀ ਮਿਲਦੀ ਹੈ, ਤੇ ਇਹਦਾ ਜਿਹੜੇ ਜ਼ਿਕਰ ਮਿਲਦੇ ਆ, ਇਹਨੂੰ ਹਿੰਦੁਸਤਾਨ ਕਿਹਾ। ਅੱਜ ਦੇ ਹਿੰਦੁਸਤਾਨ ਨੂੰ ਸਾਡੇ ਕੁਝ ਲੋਕ ਹਿੰਦੂ ਸ਼ਬਦ ਨਾਲ ਜੋੜ ਦਿੰਦੇ ਨੇ ਕਿ ਜੀ ਹਿੰਦੂ ਤੋਂ ਹਿੰਦੁਸਤਾਨ ਬਣਿਆ, ਜਦੋਂ ਕਿ ਲੱਗਦਾ ਇਹ ਅਜੇ ਇਤਿਹਾਸ ਇਹ ਕਹਿੰਦਾ ਕਿ ਹਿੰਦੁਸਤਾਨ ਸਿੰਧ ਤੋਂ, ਸਿੰਧੂ ਘਾਟੀ ਸਭਿਅਤਾ ਤੋਂ, ਸਿੰਧ ਦਰਿਆ ਤੋਂ, ਇਹਨਾਂ ਸਾਰੀਆਂ ਚੀਜ਼ਾਂ ਤੋਂ, ਹਿਮਾਲਿਆ ਤੋਂ ਪ੍ਰੇਰਿਤ ਜਿਹੜੇ ਨਾਂ ਨੇ, ਜਿਹੜੇ ਕਿ ਇੱਕ ਪਹਿਚਾਣ ਨੇ, ਉਹਨਾਂ ਦੇ ਕਾਰਨ ਹੀ ਭਾਰਤ ਨਾ ਆਇਆ, ਉਹਨਾਂ ਦੇ ਕਾਰਨ ਹੀ ਹਿੰਦੁਸਤਾਨ ਆਇਆ, ਉਹਨਾਂ ਦੇ ਕਾਰਨ ਇੰਡੀਆ ਨਾ ਆਇਆ। ਤੋ ਆਪਾਂ ਗੱਲ ਕਰਦੇ ਹਾਂ ਜੈਨ ਪਰੰਪਰਾ ਜਿਹੜੀ ਹੈ ਉਹਦੇ ਵਿੱਚ ਵੀ ਰਿਸ਼ਵ ਦੇਵ ਦੇ ਪੁੱਤਰ ਜਿਹੜਾ ਉਹ ਭਾਰਤ ਦੱਸਿਆ ਗਿਆ, ਜ਼ਿਕਰ ਇਸ ਤਰ੍ਹਾਂ ਜਿਹੜਾ ਉਹਨਾਂ ਦਾ ਉਹ ਆਇਆ ਹੈ। ਤੇ ਗੱਲ ਕਰਾਂਗੇ ਇਹਦੀਆਂ ਹੱਦਾਂ ਦੀ। ਕਹਿੰਦੇ ਕਿਸੇ ਵੇਲੇ ਇਹ ਜਿਹੜਾ ਹਿੰਦੁਸਤਾਨ ਜਾਂ ਭਾਰਤ ਦੱਸਿਆ ਜਾ ਰਿਹਾ ਸੀ, ਇਹ ਜੋ ਇਸ ਵੇਲੇ ਅਫਗਾਨਿਸਤਾਨ ਉੱਥੇ ਕੰਧਾਰ ਤੋਂ ਸ਼ੁਰੂ ਹੋ ਜਾਂਦਾ ਤੇ ਪਾਕਿਸਤਾਨ ਦੀ ਜਿਹੜੀ ਤਖਸ਼ਲਾ ਖੇਤਰ ਆ, ਤਖਸ਼ਲਾ ਯੂਨੀਵਰਸਿਟੀ ਆ, ਉੱਥੋਂ ਤੱਕ ਕਹਿੰਦੀਆਂ
ਇਹਦੀਆਂ ਜਿਹੜੀਆਂ ਦਿਸ਼ਾਵਾਂ ਉਹ ਲੱਗਦੀਆਂ ਸੀ। ਤੇ ਬਾਅਦ ਵਿੱਚ ਇਹਦੀ ਵੰਡ ਜਿਹੜੀ ਆ ਉਹ ਵੱਖ-ਵੱਖ ਤਰੀਕਿਆਂ ਨਾਲ ਤੁਹਾਨੂੰ ਪਤਾ ਹੀ ਹੈ ਕਿਵੇਂ ਹੁੰਦੀ ਗਈ। ਤੇ ਇਹਦੇ ਨਾਲ ਇਹਦੀ ਜਿਹੜੀ ਵੰਡ ਹੋਣ ਤੋਂ ਬਾਅਦ ਇਹਦੇ ਕੁਝ ਪ੍ਰਦੇਸ਼ ਹੈ, ਉਹਦਾ ਨਾਂ ਜਿਹਨੂੰ ਅੱਜ ਪਾਕਿਸਤਾਨ ਕਹਿ ਦਿੰਦੇ ਆ ਹੈਗਾ, ਉਹ ਵੀ ਇੱਥੋਂ ਦਾ ਹਿੱਸਾ ਸੀ। ਕਹਿੰਦੇ ਉਧਰ ਵੀ ਇਹਦਾ ਨਾਂ ਵੱਡਾ ਚਲਾ ਗਿਆ। ਤੇ ਗੱਲ ਕਰਦੇ ਆ ਹਿੰਦੁਸਤਾਨ ਦੀ। ਕਹਿੰਦੇ ਹਿੰਦੁਸਤਾਨ ਸ਼ਬਦ ਵੀ ਇਹ ਥੋੜੇ ਸਾਲ ਪਹਿਲਾਂ ਕਿਸੇ ਨੇ ਦਿੱਤਾ ਹੋਇਆ ਨਹੀਂ ਹੈ, ਤੇ ਨਾ ਹੀ ਇਹ ਆਰਐਸਐਸ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਆਇਆ। ਇਹ ਤਾਂ ਕਹਿੰਦੇ ਹਿੰਦੂ ਕੁਸ਼, ਹਿੰਦ ਤੇ ਹਿੰਦੁਸਤਾਨ ਨਾਮ ਜਿਹੜੇ ਆ ਉਹ ਨਾਂ ਸਾਡੇ 2500 ਸਾਲ ਪਹਿਲਾਂ ਵੀ ਦੁਨੀਆ ਭਰ ਚ ਈਸਾ ਤੋਂ 500 ਈਸਾ ਪੂਰਵ ਜਿਹਨੂੰ ਕਹਿ ਸਕਦੇ ਆ, ਉਹ ਦੁਨੀਆ ਭਰ ਵਿੱਚ ਉਸ ਵਕਤ ਇਸ ਨਾਂ ਨਾਲ ਕਹਿੰਦੇ ਸਾਡਾ ਮਹਾਨਤਾ ਜਿਹੜੀ ਆ ਉਹ ਫੈਲਣ ਲੱਗੀ ਸੀ। ਤੋਂ ਹਿੰਦੁਸਤਾਨ ਦੇ ਵਿੱਚ ਸਾਨੂੰ ਦੁਨੀਆ ਬਹੁਤ ਦੇਰ ਤੋਂ ਜਾਣਦੀ ਸੀ। 262 ਕਹਿੰਦੇ ਈਸਵੀ ਦੇ ਵਿੱਚ ਸਿੰਧ ਨੂੰ ਈਰਾਨ ਦੇ ਜਿਹੜੇ ਆ ਸਾਸਾਨੀ ਸਮਰਾਟ ਨੇ ਸ਼ਾਪਰ ਪ੍ਰਥਮ, ਉਹਨੇ ਇੱਕ ਸ਼ਿਲਾਲੇਖ ਲਿਖਿਆ, ਉਹਦੇ ਉੱਤੇ ਵੀ ਜਿਹੜਾ ਹਿੰਦੁਸਤਾਨ ਦਾ ਜ਼ਿਕਰ ਕੀਤਾ ਸੀ। ਤੋਂ ਇਸ ਤੋਂ ਇਲਾਵਾ ਦਿੱਲੀ ਦੇ ਜਿਹੜੇ ਸੁਲਤਾਨ ਸੀ, ਮੁਗਲ ਸੁਲਤਾਨ, ਉਹ ਵੀ ਹਿੰਦੁਸਤਾਨ ਹੀ ਕਹਿੰਦੇ ਸੀ ਇਸ ਧਰਤੀ ਨੂੰ। ਤੇ ਜਿੰਨੀਆਂ ਬਾਹਰੋਂ ਹਮਲੇ ਹੋਏ ਆ ਉਸ ਦੇ ਬਾਵਜੂਦ, ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ ਕਿ ਹਿੰਦੁਸਤਾਨ ਦੀ ਧਰਤੀ ਜਿਹੜੀ ਹੈ ਉਹ ਇਹਨੂੰ ਕਬੂਲ ਕਰਦੀ ਰਹੀ ਹੈ। ਇਹਨਾਂ ਹੱਦਾਂ ਦੇ ਵਿੱਚ ਜਿਹੜੇ ਵੀ ਬਾਹਰੋਂ ਹਮਲਾਵਰ ਆਉਂਦੇ ਰਹੇ ਉਹਨਾਂ ਨੂੰ ਇੱਥੇ ਜਿਹੜੀ ਹੈ ਉਹ ਨਾਲ ਬਰਾਬਰ ਅਸਣ ਵਸਣ ਰਚਣ ਦਾ ਜਿਹੜਾ ਉਹ ਮੌਕਾ ਮਿਲਦਾ ਰਿਹਾ। ਪਰ ਜਦੋਂ ਤੋਂ ਅੰਗਰੇਜ਼ ਆਣਾ ਸ਼ੁਰੂ ਹੁੰਦਾ, ਫਿਰ ਆਪਾਂ ਅੰਗਰੇਜ਼ੀ ਦੀ ਗੱਲ ਕਰਦੇ, ਜਿਹੜੇ ਅੰਗਰੇਜ਼ੀ ਦਾ ਨਾਂ ਆ, ਇਹ ਇੰਡੀਆ ਦੀ ਉਤਪਤੀ ਜਿਹੜੀ ਆ ਇਹ ਵੀ ਇੰਡਸ ਭਾਵ ਸਿੰਧੂ ਸ਼ਬਦ ਤੋਂ ਹੋਈ। ਸਿੰਧੂ ਨੂੰ ਉਹਨਾਂ ਨੇ ਇੰਡਸ ਕਿਹਾ ਆਪਣੀ ਬੋਲੀ ਦੇ ਵਿੱਚ, ਤੇ ਇੱਥੋਂ ਇਹਨੂੰ ਇੰਡੀਆ ਨਾਮ ਬਣ ਗਿਆ। ਇਸ ਤੋਂ ਪਹਿਲਾਂ ਜਿਹੜੇ ਮਿਲਦੇ ਜੁਲਦੇ ਨਾਮ ਸੀ ਜਿਹੜੇ ਯੂਰਪ ਦੀਆਂ ਯੂਨਾਨੀਆਂ ਦੇ ਵਿੱਚ 4 ਸਦੀ ਈਸਾ ਪੂਰਵ ਵਿੱਚ ਪ੍ਰਚਲਿਤ ਵਿੱਚ ਆਉਣ ਲੱਗ ਪਏ ਸੀ ਇਦਾਂ ਦੇ ਨਾਮ। ਸਿੰਧੂ, ਗ੍ਰੀਕ ਲੋਕ ਕਹਿੰਦੇ ਸਿੰਧੂ ਨਦੀ ਨੂੰ ਇੰਡਸ, ਜਿਵੇਂ ਆਪਾਂ ਕਹੇ ਪਹਿਲਾਂ ਦੱਸਿਆ ਪੁਕਾਰਦੇ ਸੀਗੇ, ਤੇ ਉਹਨਾਂ ਨੇ ਇੰਡੀਆ ਕਿਹਾ। ਲੇਕਿਨ ਲੈਟਿਨ ਭਾਸ਼ਾ ਵਾਲੇ ਜਿਹੜੇ ਉਹਨਾਂ ਵਿੱਚ ਇੰਡੀਆ ਨਾਮ ਹੋ ਗਿਆ। ਤੇ ਕਹਿੰਦੇ ਇਸ ਤੋਂ ਇਲਾਵਾ ਜਿਹੜੇ ਅੰਗਰੇਜ਼ ਆ ਉਹਨਾਂ ਨੇ ਆਪਣੀ ਅਫੀਸ਼ੀਅਲ ਜਿਹੜੀ ਲੈਂਗੁਏਜ ਸੀ, ਜਿੱਥੇ ਜਿੱਥੇ ਉਹਨਾਂ ਨੇ ਕਬਜ਼ਾ ਕੀਤਾ ਉੱਥੇ ਇਹਨਾਂ ਨੇ ਨਾਂ ਜਿਹੜਾ ਭਾਰਤ ਔਰ ਹਿੰਦੁਸਤਾਨ ਨੂੰ ਖਾਸ ਤੌਰ ਤੇ ਤਿਆਗ ਕੇ ਨਾਂ ਨੂੰ ਇਹਨਾਂ ਨੇ ਉਹਨੂੰ ਇੰਡੀਆ ਕਹਿਣਾ ਸ਼ੁਰੂ ਕੀਤਾ। ਤੇ ਇੰਡੀਆ ਨਾਮ ਜਿਹੜਾ ਹੌਲੀ ਸਰਕਾਰੇ ਦਰਬਾਰੇ ਉਹਨਾਂ ਨੇ ਪ੍ਰਚਲਿਤ ਕਰਤਾ। ਤੇ ਜਿੱਦਣ ਗੱਲ ਕਰਦੇ ਸੰਵਿਧਾਨ ਦੀ, ਦੇਸ਼ ਆਜ਼ਾਦ ਹੁੰਦਾ ਉਸ ਦਿਨ ਇਹ, ਕਿਉਂਕਿ ਜਿਹੜੇ ਸਾਡੇ ਡਾਕਟਰ ਅੰਬੇਦਕਰ ਹੁਣ ਦੀ ਅਗਵਾਈ ਹੇਠ ਜਿਹੜੀ ਕਮੇਟੀ ਬਣੀ ਹੋਈ ਸੀ ਜਿਹੜੀ ਫਾਈਨਲ ਕਰ ਰਹੇ ਸੀ, ਕਿਤੇ ਨਾ ਕਿਤੇ ਅੱਜ ਵੀ ਜ਼ਿਕਰ ਆ ਰਿਹਾ। ਕਿਉਂਕਿ ਹੁਣ ਆਪਾਂ ਛੋਟੀ ਜਿਹੀ ਖਬਰ ਨਾਲ ਜੁੜਦੀ ਆ ਕਿ ਅੱਜ ਕਾਨੂੰਨ ਜਿਹੜੇ ਕੁਛ ਆ ਉਹ ਭਾਰਤ ਸਰਕਾਰ ਨੇ ਬਦਲੇ ਆ, ਤੇ ਆਈਪੀਸੀ ਦੇ ਜਿਹੜੀ ਪਰਿਭਾਸ਼ਾ ਹੈ ਉਹ ਵੀ ਬਦਲੀ ਆ। ਤੇ ਮਹਿੰਦਰੂ ਜੀ ਹੁਣ ਤੱਕ ਜਿਹੜੇ ਸਿਆਣੇ ਜਾਣਕਾਰ ਲੋਕ ਨੇ ਉਹ ਦੱਸਦੇ ਨੇ ਜਿਹਨੂੰ ਆਈਪੀਸੀ ਕਹਿੰਦੇ ਨਾ ਆਪਾਂ, ਇੰਡੀਅਨ ਪੀਨਲ ਕੋਡ ਕਹਿੰਦੇ, ਐਕਚੁਅਲ ਦੇ ਵਿੱਚ ਉਹ ਆਇਰਿਸ਼ ਪੀਨਲ ਕੋਡ ਹੈ। ਉਹਨੂੰ ਸਿਰਫ ਸ਼ਬਦ ਚੇਂਜ ਕਰਕੇ ਇਹਦੇ ਚ ਪਾ ਕੇ ਐਜ਼ ਜਿਹੜਾ ਉਹ ਦੇਸ਼ ਵਾਸੀਆਂ ਦੇ ਥੋਪ ਦਿੱਤਾ ਗਿਆ। ਤੇ ਇਦਾਂ ਹੀ ਜਿਹੜਾ ਮੈਨੂੰ ਲੱਗਦਾ ਜਿਹੜਾ ਹਿੰਦੁਸਤਾਨ ਸ਼ਬਦ ਆ ਇਹ ਵੀ ਕਿਤੇ ਨਾ ਕਿਤੇ ਕਿਸੇ ਕੋਈ ਇਦਾਂ ਦਾ ਕਾਰਨ ਰਿਹਾ ਹੋਏਗਾ ਜਿਹਦੇ ਕਾਰਨ ਇਹ ਪਿੱਛੇ ਪਾਤਾ ਗਿਆ, ਤੇ ਭਾਰਤ ਕੋਲੋਂ ਇਹਨਾਂ ਨੂੰ ਜ਼ਿਆਦਾ ਖਤਰਾ ਨਹੀਂ ਲੱਗਿਆ। ਹਿੰਦੁਸਤਾਨ ਸ਼ਬਦ ਤੋਂ ਕਿਤੇ ਨਾ ਕਿਤੇ ਖਤਰਾ ਜ਼ਰੂਰ ਲੱਗਦਾ ਹੋਊ, ਜਿਹੜਾ ਇਹਨੂੰ ਭਾਰਤ ਦੈਟ ਇਜ਼ ਇੰਡੀਆ ਭਾਵ ਉਹਨਾਂ ਕੇ ਜਿਹੜਾ ਭਾਰਤ ਆ ਉਹ ਇੰਡੀਆ ਹੀ ਹੈ, ਉਹ ਵੀ ਇੰਡੀਆ ਹੀ ਹੈ। ਮਤਲਬ ਇਹਨੂੰ ਇੰਡੀਆ ਨਾਮ ਜਿਹੜਾ ਉਹ ਪੱਕਾ ਕਰਾ ਦਿੱਤਾ ਗਿਆ ਸਾਡੇ ਸੰਵਿਧਾਨ ਦੇ ਰਾਹੀਂ, ਕਿਤੇ ਨਾ ਕਿਤੇ ਅੰਗਰੇਜ਼ਾਂ ਦੇ ਪ੍ਰਭਾਵ ਰਾਹੀਂ। ਤੋਂ ਇਸ ਤਰ੍ਹਾਂ ਦੀ ਜਿਹੜੀ ਇਹ ਦੌਰ ਚੱਲਦਾ, ਤੇ ਅੱਜ ਅਸੀਂ ਇਹਨੂੰ ਇੰਡੀਆ ਦੇ ਨਾਮ ਨਾਲ ਜਾਣਦੇ ਹਾਂ। ਪਰ ਮੈਨੂੰ ਲੱਗਦਾ ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ, ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਇਹ ਪ੍ਰਗਟ ਹੁੰਦਾ, ਇਸ ਖੇਤਰ ਨੂੰ ਹਿੰਦੁਸਤਾਨ ਕਿਉਂ ਕਹਿੰਦੇ। ਤੇ ਵਿਚਾਰ ਇਹ ਆਉਂਦਾ ਕਿ ਭਾਰਤ ਇੱਕ ਰਾਜੇ ਦੇ ਨਾਂ ਤੇ ਜੇ ਸੱਚਮੁੱਚ ਇਸ ਤਰੀਕੇ ਨਾਲ ਭਾਰਤ ਨਾਂ ਬਣਿਆ, ਫਿਰ ਇਹਦਾ ਇੱਕ ਰਾਜ ਸੱਤਾ ਦੇ ਨਾਲ, ਇੱਕ ਰਾਜ ਦੀ ਸੱਤਾ ਕਿੱਥੋਂ ਤੱਕ ਫੈਲੀ ਹੋਈ ਸੀ, ਇਹਦਾ ਉਹਦੇ ਨਾਲ ਸੰਬੰਧ ਹੈ। ਜਿਵੇਂ ਵੇਦਾਂ ਦਾ ਜ਼ਿਕਰ ਕੀਤਾ ਕਿ ਇਹਦੇ ਚ ਇੱਥੋਂ ਲੈ ਕੇ ਇੱਥੋਂ ਤੱਕ, ਤੇ ਇੱਥੋਂ ਲੈ ਕੇ ਇੱਥੋਂ ਤੱਕ, ਭਾਵ ਜਿਹੜਾ ਹਿਮਾਲਿਆ, ਸਿੰਧੂ, ਬ੍ਰਹਮਪੁੱਤਰ, ਸਮੁੰਦਰ, ਇਹਦੇ ਵਿਚਾਲੇ ਦਾ ਖੇਤਰ ਉਹਨੂੰ ਭਾਰਤ ਕਿਹਾ ਜਾਂਦਾ ਹੈ। ਪਰ ਇਹ ਭਾਰਤ ਦੀ ਜਿਹੜੀ ਸਰਜ਼ਮੀਨ ਹੈ ਉਹਦੀ ਪਹਿਚਾਣ ਨਹੀਂ ਸੀ। ਜਿਹੜਾ ਹਿੰਦੁਸਤਾਨ ਸ਼ਬਦ ਹੈ ਮੈਨੂੰ ਇਹ ਲੱਗਦਾ ਇਹ ਸਿੰਧੂ ਦੇ ਨਾਲ ਜ਼ਿਆਦਾ ਰਿਲੇਟਡ ਹੋਣ ਕਰਕੇ, ਹਿਮਾਲਿਆ ਨਾਲ ਰਿਲੇਟਡ ਹੋਣ ਕਰਕੇ ਇਹ ਨਾਂ ਸਾਡੇ ਮੁਲਕ ਵਾਸਤੇ ਸਭ ਤੋਂ ਜ਼ਿਆਦਾ ਮੈਨੂੰ ਸਾਰਥਕ ਨਜ਼ਰ ਆ ਰਿਹਾ, ਕਿਉਂਕਿ ਇਹਦੇ ਵਿੱਚ ਸਾਡੀ ਭੂਗੋਲਿਕ ਪਹਿਚਾਣ ਵੀ ਹੈ, ਸਾਡੀ ਸਿਆਸੀ ਪਹਿਚਾਣ ਵੀ ਹੈ, ਤੇ ਇੱਕ ਜਿਹੜੀ ਸਭਿਅਤਾ ਸੀ ਹਿੰਦੁਸਤਾਨੀ ਹਿੰਦੂ ਸਭਿਅਤਾ ਜਿਹਨੂੰ ਆਪਾਂ ਜਿਹੜੀ ਤੌਰ ਤੇ ਜਾਣੇ ਜਾਂਦੇ ਆ, ਹਿੰਦੂ ਧਰਮ ਜਿਹਨੂੰ ਕਹਿਤਾ ਜਾਂਦਾ, ਜਿਹਨੂੰ ਕੁਝ ਲੋਕ ਸਨਾਤਨ ਦੱਸਦੇ ਨੇ, ਤੋਂ ਉਹ ਜਿਹੜੀ ਪਰੰਪਰਾ ਉਹਦਾ ਇੱਕ ਲਖਾਇਕ ਆ ਹਿੰਦੁਸਤਾਨ ਦਾ ਨਾਂ। ਤੋਂ ਇਹ ਜਿਹੜਾ ਨਾਂ ਜਿਹੜਾ ਇਹ ਵੀ ਹੁਣ ਜਿਹੜਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੀ ਜਿਹੜੀ ਸਰਕਾਰ ਹੈ ਉਹਦੇ ਵੱਲ ਵੀ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਹੁਣ ਅੰਗਰੇਜ਼ਾਂ ਦੇ ਬਣਾਏ ਜਿਹੜੇ ਅਪਰਾਧਿਕ ਕਾਨੂੰਨ ਆ ਉਹ ਵੀ, ਮਤਲਬ ਆਈਪੀਸੀ ਵਾਲੇ ਜਿਹੜੇ ਕਾਨੂੰਨ ਹੈ ਉਹ ਵੀ ਬਦਲੇ ਜਾਣੇ ਨੇ।
ਕਿਵੇਂ ਦੇਖਦੇ ਹੋ ਮਹਿੰਦਰੂ ਜੀ? ਸੰਧੂ ਸਾਹਿਬ, ਬਹੁਤ ਹੀ ਵਿਸਤਾਰ ਪੂਰਵਕ ਜਿਹੜਾ ਹੈ ਤੁਸੀਂ ਇਸ ਦੀ ਜਾਣਕਾਰੀ ਉਹ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਇਹ ਤੁਹਾਡੀਆਂ ਗੱਲਾਂ ਬਿਲਕੁਲ ਦਰੁਸਤ ਨੇ, ਕਿਉਂਕਿ ਹਿਮਾਲਿਆ ਨੂੰ ਕਈ ਜਗ੍ਹਾ ਤੇ ਅੱਜ ਵੀ ਹਿਮ ਪਰਬਤ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਔਰ ਅਗਰ ਅੱਜ ਹਿਮਾਲਿਆ ਦੀ ਗੋਦ ਦੇ ਵਿੱਚ ਬਸੇ ਹੋਏ ਇਲਾਕੇ ਨੂੰ ਅਗਰ ਆਪਾਂ ਦੇਖੀਏ ਤਾਂ ਇਸ ਦਾ ਸ਼ੁਰੂ ਦੇ ਵਿੱਚ ਨਾਮ ਹੋਇਆ ਸੀ ਹਿਮਾਂਚਲ, ਕਿ ਜਿਹੜਾ ਹਿਮਾਲਿਆ ਦੀ ਗੋਦ ਦੇ ਵਿੱਚ ਹੈ ਹਿਮਾਂਚਲ। ਫਿਰ ਹੌਲੀ ਹੌਲੀ ਬਦਲਦਾ ਇਹ ਸਮੇਂ ਦੇ ਨਾਲ ਅੱਜ ਹਿਮਾਚਲ ਹੋ ਗਿਆ। ਇਸੇ ਤਰੀਕੇ ਬਹੁਤ ਸਾਰੇ ਦੇਸ਼ ਐਸੇ ਨੇ ਜਿਹੜੇ ਉਹਨਾਂ ਦੇ ਸਮਰਾਟ ਹੋਏ ਨੇ, ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਦੇਸ਼ਾਂ ਦੇ ਵਿੱਚ ਜਾਂ ਤਾਂ ਮਾਰਗ ਜਿਹੜੇ ਸੜਕਾਂ ਨੇ ਉਹਨਾਂ ਦੇ ਨਾਮ ਰੱਖੇ ਹੋਏ ਨੇ, ਜਾਂ ਬਹੁਤ ਸਾਰੀਆਂ ਬਿਲਡਿੰਗਾਂ ਜਾਂ ਕਿਲੇ ਉਹਨਾਂ ਦੇ ਨਾਮ ਨਾਲ ਰੱਖੇ ਹੋਏ ਨੇ। ਅੱਜ ਵੀ ਤੁਸੀਂ ਦੇਖਦੇ ਹੋ ਕਿ ਆਪਣੇ ਭਾਰਤ ਦੇ ਵਿੱਚ ਜਿਹੜੇ ਰਾਜਿਆਂ ਨੇ, ਜਿਹੜੇ ਮਹਾਰਾਜਿਆਂ ਨੇ ਆਪਣੇ ਇਲਾਕਿਆਂ ਦੇ ਵਿੱਚ ਕਿਲੇ ਬਣਾਏ ਸੀ ਜਾਂ ਜਿਹੜੇ ਉਹਨਾਂ ਦੇ ਰਾਜ ਮਹਿਲ ਸੀ, ਉਹਨਾਂ ਦੇ ਵਿੱਚ ਅੱਜ ਵੀ ਉਹਨਾਂ ਦੇ ਨਾਮ ਦੇ ਨਾਲ ਹੀ ਉਹ ਨਾਮ ਜਿਹੜੇ ਆ ਜੁੜੇ ਹੋਏ ਆ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਦੇ ਉੱਤੇ ਕਈ ਕਿਲੇ ਅੱਜ ਵੀ ਮੌਜੂਦ ਨੇ। ਇਸੇ ਤਰੀਕੇ ਭਾਰਤ ਰਾਜਾ ਜਿਹੜਾ ਹੋਇਆ ਹੈ ਉਸ ਦੇ ਨਾਮ ਦੇ ਨਾਲ ਵੀ ਭਾਰਤ ਦਾ ਜੁੜਨਾ ਜਿਹੜਾ ਇੱਕ ਸੁਭਾਵਿਕ ਮੰਨਿਆ ਜਾ ਸਕਦਾ ਹੈ। ਦੂਸਰੀ ਗੱਲ, ਜਿਸ ਤਰ੍ਹਾਂ ਵਿਸਤਾਰਪੂਰਵਕ ਤੁਸੀਂ ਦੱਸਿਆ ਕਿ ਸਿੰਧ ਨਦੀ ਹਿਮਾਲਿਆ, ਹਿਮ ਤੋਂ ਲੈ ਕੇ ਸਿੰਧ ਤੱਕ ਇਹ ਜਿਹੜਾ ਆ ਦੱਸਿਆ ਗਿਆ ਹੈ ਆਪਣੇ ਪੁਰਾਣੇ ਨਕਸ਼ੇ ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਅਫਗਾਨਿਸਤਾਨ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ, ਬ੍ਰਹਮਪੁੱਤਰ ਤੋਂ ਲੈ ਕੇ ਦੂਸਰੇ ਸਮੁੰਦਰ ਤੱਕ, ਇਹ ਜਿਹੜੇ ਸਾਗਰ ਤੱਕ ਜਿਹੜੇ ਆ ਉਹ ਸਾਰੇ ਜਿਹੜੇ ਆ ਭੂਗੋਲਿਕ ਜ਼ਮੀਨ ਜਿਹੜੀ ਹੈ ਉਹ ਸਾਡੇ ਹਿੰਦੁਸਤਾਨ ਦੀ ਧਰਤੀ ਕਹਿਲਾਈ ਗਈ ਹੈ ਤੇ ਅੱਜ ਵੀ ਮੰਨੀ ਜਾਂਦੀ ਹੈ। ਭਾਵੇਂ ਅੱਜ ਪਾਕਿਸਤਾਨ, ਅਫਗਾਨਿਸਤਾਨ, ਭੂਟਾਨ ਜਾਂ ਹੋਰ ਵੀ ਕਈ ਛੋਟੇ ਦੇਸ਼, ਬੰਗਲਾਦੇਸ਼, ਸ਼੍ਰੀਲੰਕਾ, ਇਹ ਸਾਰੇ ਇਹਦੇ ਚੋਂ ਨਿਕਲ ਗਏ, ਪਰ ਪੁਰਾਣਾ ਇਤਿਹਾਸ ਇਹ ਸਾਰਾ ਜਿਹੜਾ ਆ ਉਹ ਭਾਰਤ ਕਹਿਲਾਇਆ ਗਿਆ ਹੈ। ਔਰ ਅੱਜ ਵੀ ਅਗਰ ਪੁਰਾਣਾ ਨਕਸ਼ਾ ਦੇਖਿਆ ਜਾਵੇ ਤਾਂ ਉਹ ਦੇਖਿਆ ਜਾਂਦਾ ਹੈ। ਦੂਸਰੀ ਚੀਜ਼ ਆਪਾਂ ਦੇਖਦੇ ਹਾਂ ਕਿ ਸਮੇਂ ਦੇ ਨਾਲ, ਸਮੇਂ ਕਾਲ ਦੇ ਨਾਲ, ਭਾਸ਼ਾ ਦੇ ਨਾਲ ਇਹ ਸਾਰੀਆਂ ਚੀਜ਼ਾਂ ਜੁੜਦੀਆਂ ਨੇ। ਔਰ ਵੈਦਿਕ ਕਾਲ, ਕਿਉਂਕਿ ਅੱਜ ਕੁਝ ਜਿਹੜੀਆਂ ਪਰੰਪਰਾਵਾਂ ਜਾਂ ਜਿਹੜੇ ਕੁਝ ਦੂਸਰੇ ਪੰਥਕ ਸਮਾਜ ਖੜੇ ਹੋ ਗਏ ਨੇ, ਇਹ ਅੱਜ ਹੋਏ, ਬਾਅਦ ਦੇ ਵਿੱਚ ਵਿਕਸਿਤ ਹੋਏ। ਗੁਰੂਆਂ ਸਾਹਿਬਾਨਾਂ ਨੇ ਇਹਨਾਂ ਨੂੰ ਜਿਹੜਾ ਸੁਸ਼ੋਭਿਤ ਕੀਤਾ ਤੇ ਉਹਦੇ ਕਰਕੇ ਵੱਧ ਗਏ। ਲੇਕਿਨ ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਹਜ਼ਾਰਾਂ ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, ਉਸ ਸਮੇਂ ਦੇ ਵਿੱਚ ਇੱਕੋ ਹੀ ਸਭਿਅਤਾ ਚੱਲਦੀ ਸੀ, ਸਨਾਤਨ, ਤੇ ਇਸ ਕਰਕੇ ਹੋ ਸਕਦਾ ਹੈ ਕਿ ਉਦੋਂ ਇਸ ਦੇ ਨਾਲ ਵੀ ਇਸ ਦਾ ਕੋਈ ਵਿਸਥਾਰ ਜਿਹੜਾ ਹੈ ਜੁੜਿਆ ਰਿਹਾ ਹੋ। ਜਿਹੜੇ ਲੋਕ ਸੀ ਉਹਨਾਂ ਦੀ ਇਹ ਰਿਵਾਇਤ ਸੀ ਕਿ ਜਿਹੜੇ ਹਮਲਾਵਰ ਆਂਦੇ ਸੀ ਉਹ ਉਹਨਾਂ ਨੂੰ ਵੀ ਕਦੇ ਪਿੱਛੇ ਨਹੀਂ ਸੀ ਤੱਕਦੇ, ਤੇ ਕਿਉਂਕਿ ਇਹ ਲੋਕ ਪਰਮਾਤਮਾ ਦੇ ਨਾਲ ਜੁੜੇ ਹੋਏ ਲੋਕ ਸੀ, ਸਨਾਤਨ ਦੇ ਨਾਲ ਜੁੜੇ ਹੋਏ ਲੋਕ ਸੀ। ਇਸੇ ਕਰਕੇ ਇਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਵੀ ਵਿਕਸਿਤ ਹੋਣ ਲਈ ਵੀ ਮਤਲਬ ਕਦੇ ਵਿਰੋਧ ਨਹੀਂ ਕੀਤਾ, ਤੇ ਕਿਉਂਕਿ ਰਿਸ਼ੀ ਲੋਕ, ਤਪਸਵੀ ਲੋਕ ਸੀ। ਤੇ ਮੈਂ ਸਮਝਦਾ ਕਿ ਇਹ ਪੁਰਾਣਾ ਇਤਿਹਾਸ ਉਸੇ ਵੱਲ ਨੂੰ ਇਸ਼ਾਰਾ ਕਰਦਾ ਹੈ। ਸਾਡਾ ਬਹੁਤ ਹੀ ਗਰਮਾਪੂਰਨ ਸਾਡਾ ਇਤਿਹਾਸ ਹੈ, ਇਸ ਦੇ ਉੱਤੇ ਗਰਵ ਕਰਨ ਦੀ ਲੋੜ ਹੈ। ਸਾਡੇ ਜਿਹੜੇ ਇਸ ਦੇ ਨਾਲ ਜੁੜੇ ਹੋਏ ਨਾਮ ਨੇ, ਚਾਹੇ ਉਹ ਹਿੰਦੁਸਤਾਨ ਹੈ, ਚਾਹੇ ਉਹ ਭਾਰਤ ਹੈ, ਇਹ ਸਾਡੇ ਪੁਰਾਤਨ ਨਾਮ ਨੇ। ਔਰ ਇਹਨਾਂ ਦੇ ਵਿੱਚ ਇੱਕ ਅਰਥ ਹੈ, ਸ਼ਬਦਾਂ ਦਾ ਅਰਥ ਹੈ, ਭੂਗੋਲਿਕ ਸਥਿਤੀ ਦਾ ਅਰਥ ਹੈ, ਔਰ ਸਾਡੇ ਇੱਥੇ ਦੀ ਸਭਿਅਤਾ ਦਾ ਅਰਥ ਹੈ। ਲੇਕਿਨ ਜਿਹੜਾ ਅੰਗਰੇਜ਼ਾਂ ਨੇ ਇਸ ਨੂੰ ਇੰਦਸ ਤੋਂ, ਤੁਸੀਂ ਦੱਸ ਰਹੇ ਹੋ ਕਿ ਇੰਡੀਆ ਵੱਲ ਨੂੰ ਜੋੜਿਆ, ਉਹ ਆਇਰਿਸ਼ ਵਰਡ ਨੂੰ IPC ਕਰਕੇ ਉਹਦੇ ਨਾਲ ਜੋੜਤਾ ਜਦੋਂ ਦੇਸ਼ ਆਜ਼ਾਦ ਹੋਇਆ। ਤਾਂ ਹੀ ਤੁਸੀਂ ਦੇਖ ਰਹੇ ਹੋ ਕਿ ਸਾਡਾ ਜਿਹੜਾ ਜੁਡੀਸ਼ਰੀ ਸਿਸਟਮ ਹੈ ਉਸ ਦੇ ਵਿੱਚ ਅੱਜ ਵੀ ਕੋਈ 1600 ਸਮੇਂ ਦਾ ਜੋ ਅੰਗਰੇਜ਼ਾਂ ਦਾ ਉਧਰਲਾ ਕਾਨੂੰਨ ਸੀ, ਚਾਹੇ ਕੋਈ 1800 ਦਾ, ਚਾਹੇ ਕੋਈ ਨਾ ਵੀ ਉਹ ਕਾਨੂੰਨ ਚੱਲ ਰਿਹਾ ਸੀ। ਲੇਕਿਨ ਹੁਣ ਭਾਰਤ ਸਰਕਾਰ ਨੇ ਉਹ ਵੀ ਫੈਸਲਾ ਕੀਤਾ ਹੈ ਕਿ ਨਵੇਂ ਕਾਨੂੰਨ ਜਿਹੜੇ ਹੈ ਉਹਨਾਂ ਦੇ ਵਿੱਚ ਬਦਲਾਅ ਕੀਤਾ ਜਾਏਗਾ, ਕਿਉਂਕਿ ਉਦੋਂ ਅੰਗਰੇਜ਼ਾਂ ਨੇ ਆਪਣੀ ਸੁਵਿਧਾ ਦੇ ਮੁਤਾਬਿਕ ਉਹ ਕਾਨੂੰਨ ਬਣਾਏ ਸੀ। ਹੁਣ ਭਾਰਤ ਦੀ ਜਿਹੜੀ ਅੱਜ ਜਨਤਾ ਹੈ, ਇਸ ਦੀ ਸੁਵਿਧਾ ਦੇ ਮੁਤਾਬਿਕ ਭਾਰਤ ਸਰਕਾਰ, ਕਿਉਂਕਿ ਜਦੋਂ ਦੇਸ਼ ਆਜ਼ਾਦ ਹੋਇਆ, ਜਿਹੜੀ ਸਾਡੀ ਮਾਨਯੋਗ ਡਾਕਟਰ BR ਅੰਬੇਦਕਰ ਜੀ ਦੀ
ਦੇਖ ਰੇਖ ਦੇ ਵਿੱਚ ਕਮੇਟੀ ਸੀ, ਉਹਨਾਂ ਦੇ ਕੋਲ ਵੀ ਇੰਨਾ ਸਮਾਂ ਨਹੀਂ ਸੀ ਕਿ ਐਡਾ ਵੱਡਾ ਸੰਵਿਧਾਨ ਸਾਰਾ ਦੁਬਾਰਾ ਲਿਖਿਆ ਜਾ ਸਕੇ। ਤੇ ਕੁਝ ਸੰਵਿਧਾਨ ਉਧਰੋਂ ਮਿਲਿਆ, ਕੁਝ ਉਹਦੇ 'ਚ ਸੰਸ਼ੋਧਨ ਕੀਤੇ ਤੇ ਉਹਨੂੰ ਚਾਲੂ ਕਰ ਦਿੱਤਾ ਗਿਆ, ਲਾਗੂ ਕਰ ਦਿੱਤਾ ਗਿਆ। ਹੁਣ ਅੱਜ ਭਾਰਤ ਸਰਕਾਰ ਜਿਹੜੀ ਹੈ ਦੁਬਾਰਾ ਉਹਨਾਂ ਕਾਨੂੰਨਾਂ ਦੇ ਵਿੱਚ ਸੰਸ਼ੋਧਨ ਕਰਨ ਜਾ ਰਹੀ ਹੈ, ਬਦਲਾਅ ਕਰਨ ਜਾ ਰਹੇ ਆ। ਜਿਹੜੇ ਜ਼ਰੂਰਤ ਦੇ ਕਾਨੂੰਨ ਨਹੀਂ ਹੈ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ। ਔਰ ਅੱਜ ਦੀ ਜੋ ਸਥਿਤੀ ਹੈ ਉਸ ਦੇ ਮੁਤਾਬਿਕ ਨਵੇਂ ਭਾਰਤ ਦਾ ਨਵਾਂ ਕਾਨੂੰਨ ਜਿਹੜਾ ਹੈ ਉਹ ਬਣ ਕੇ ਸਾਹਮਣੇ ਆ ਰਿਹਾ। ਤੇ ਉਹ ਬਹੁਤ ਹੀ ਚਰਚਾ ਅੱਜ ਤੁਸੀਂ ਸਾਰਥਕ ਚਰਚਾ ਜਿਹੜੀ ਹੈ ਉਹ ਰੱਖੀ ਹੈ, ਤਾਂ ਕਿ ਲੋਕਾਂ ਨੂੰ, ਸਾਡੇ ਦਰਸ਼ਕਾਂ ਨੂੰ ਪਤਾ ਲੱਗ ਸਕੇ ਕਿ ਭਾਰਤ ਔਰ ਹਿੰਦੁਸਤਾਨ ਔਰ ਇੰਡੀਆ, ਇਹਨਾਂ ਤਿੰਨਾਂ ਦਾ ਕੀ ਮਤਲਬ ਹੈ ਪੁਰਾਣੇ ਸਮੇਂ ਤੋਂ। ਤੇ ਆਪਾਂ ਜਿਹੜੇ ਕਾਨੂੰਨ ਦੀ ਗੱਲ ਕਰਦੇ ਹਾਂ ਮਹਿੰਦਰੂ ਜੀ, ਇਹਦੇ ਵਿੱਚ ਵੀ ਥੋੜੀ ਜਿਹੀ ਜਾਣਕਾਰੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਦਈਏ। ਤੁਸੀਂ ਜਿਵੇਂ ਦੱਸ ਰਹੇ ਸੀ ਕਿ ਪੁਰਾਣੇ ਕਾਨੂੰਨ ਸੀ, ਜਿਹੜਾ ਇੰਡੀਅਨ ਪੀਨਲ ਕੋਡ ਆ, ਇਹ ਵੈਸੇ 1860 ਤੋਂ ਅੰਗਰੇਜ਼ ਦਾ ਬਣਾਇਆ ਚੱਲਿਆ ਆ ਰਿਹਾ ਸੀ। ਅੱਜ ਵੀ ਉਹ ਇੰਡੀਅਨ ਪੀਨਲ ਕੋਡ ਦੇ ਨਾਂ ਨਾਲ ਹੀ ਸਾਡੇ ਸੰਵਿਧਾਨ ਵਿੱਚ ਪਾ ਦਿੱਤਾ ਗਿਆ ਸੀ। ਇੰਡੀਅਨ ਪ੍ਰੋਸੀਜਰ ਕੋਡ 1898 ਦਾ ਬਣਿਆ ਹੋਇਆ, ਇੰਡੀਅਨ ਐਵੀਡੈਂਸ ਐਕਟ 1872 ਦਾ ਬਣਿਆ ਹੋਇਆ। ਉਹ ਐਜ਼ ਇਟ ਇਜ਼ ਜਿਹੜੇ ਸਾਡੇ ਸੰਵਿਧਾਨ ਦੇ ਵਿੱਚ ਉਹ ਕਾਨੂੰਨ ਚੱਲਦੇ ਸੀ। ਹੁਣ ਕਹਿੰਦੇ ਹੋਊਗਾ ਕਿ ਜਿਹੜੀ ਮੋਦੀ ਸਰਕਾਰ ਲੈ ਕੇ ਆਈ ਇੱਕ ਪ੍ਰੋਵੀਜ਼ਨ, ਕਹਿੰਦੇ ਹੁਣ ਇਹਨਾਂ ਦੀ ਥਾਂ ਹੁਣ ਭਾਰਤੀ ਨਿਆਂ ਸੰਹਿਤਾ ਹੋ ਜਾਊਗੀ ਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਹੋ ਜਾਊਗੀ ਤੇ ਭਾਰਤੀ ਸਾਕਸ਼ਾ ਅਧਿਨਿਯਮ ਹੋਏਗਾ। ਸਬੂਤਾਂ ਦੇ ਨਾਲ ਸੰਬੰਧਿਤ ਜਿਹੜਾ ਉਹ ਇਹ ਕਾਨੂੰਨ ਜਿਹੜੇ ਤਿੰਨ ਜਿਹੜੇ ਆ ਬਦਲੇ। ਪਰ ਇੱਕ ਮਹਿੰਦਰੂ ਜੀ ਮੈਨੂੰ ਹਾਲੇ ਗੱਲ ਫੇਰ ਵੀ ਰੜਕਦੀ ਜ਼ਰੂਰ ਆ, ਸ਼ਾਇਦ ਤੁਸੀਂ ਸਹਿਮਤ ਹੋਵੋਗੇ ਕਿ ਅੱਜ ਸਮੇਂ ਦੇ ਬੀਤਣ ਦੇ ਨਾਲ ਇਹ ਗੱਲ ਤੇ ਮੰਨਣ ਵਾਲੀ ਹੈ ਕਿ ਸਾਡੀ ਜਿਹੜੇ ਇੱਥੋਂ ਦੇ ਭਾਰਤੀ ਜਾਂ ਹਿੰਦੁਸਤਾਨੀ ਮੂਲ ਦੇ ਲੋਕ ਨੇ, ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਵਿਦੇਸ਼ੀ ਵਿਚਾਰਧਾਰਾਵਾਂ ਆਈਆਂ ਨੇ ਔਰ ਉਹਨਾਂ ਨੂੰ ਜਿਹੜੇ ਇੱਥੇ ਪ੍ਰਮੋਟ ਕਰਨ ਵਾਲੇ ਲੋਕ ਨੇ, ਸਾਡੇ ਅਖੌਤੀ ਇਤਿਹਾਸਕਾਰ ਨੇ ਪੁਰਾਣੇ, ਉਹਨਾਂ ਨੇ ਕਿਤੇ ਨਾ ਕਿਤੇ ਸਾਡੇ ਲੋਕ ਮਨਾਂ ਦੇ ਵਿੱਚ ਇਹ ਜਿਹੜਾ ਹਿੰਦੁਸਤਾਨ ਸ਼ਬਦ ਹੈ ਜਾਂ ਹਿੰਦੂ ਸ਼ਬਦ ਆ, ਇਹਦੇ ਪ੍ਰਤੀ ਬਹੁਤ ਵੱਡਾ ਭੁਲੇਖਾ ਤੇ ਜ਼ਰੂਰ ਸਿਰਜ ਦਿੱਤਾ ਹੋਇਆ। ਕਿਉਂਕਿ ਜੇ ਇਸ ਤਰ੍ਹਾਂ ਦੀ ਗੱਲ ਨਾ ਹੁੰਦੀ ਤੇ ਸ਼ਾਇਦ ਇਹੀ ਗੱਲ ਹੈ ਕਿ ਹਿੰਦੁਸਤਾਨ ਜਾਂ ਹਿੰਦੂ ਸ਼ਬਦ ਵਰਤਣ ਤੋਂ ਜਿਹੜੀ ਸਰਕਾਰ ਹੈ ਉਹ ਵੀ ਗੁਰੇਜ਼ ਕਰ ਰਹੀ ਹੈ। ਜੇ ਅੰਗਰੇਜ਼ਾਂ ਦੇ ਬਦਲੇ ਹੋਏ ਕਾਨੂੰਨ ਬਦਲਨੇ ਆ, ਉਹਨਾਂ ਦੀ ਜਿਹੜੀ ਤਸਵੀਰ ਬਦਲਣੀ ਆ, ਠੀਕ ਹੈ, ਭਾਰਤ ਵੀ ਸਾਡੇ ਲਈ ਉਨਾ ਹੀ ਸਨਮਾਨਜਨਕ ਹੈ ਜਿੰਨਾ ਹਿੰਦੁਸਤਾਨ। ਪਰ ਗੱਲ ਹੈ ਵੀ ਉਹ ਵੀ ਸਿਰਫ ਭਾਰਤ ਤੇ ਭਾਰਤੀ ਤਾਂ ਜ਼ਰੂਰ ਸਰਕਾਰ ਕਬੂਲ ਕਰ ਰਹੀ ਹੈ, ਕਿਉਂਕਿ ਸੰਵਿਧਾਨ ਦੇ ਵਿੱਚ ਵੀ ਭਾਰਤ ਸ਼ਬਦ ਦਿੱਤਾ। ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਜੇ ਇੰਡੀਆ ਹੀ ਭਾਰਤ ਹੈ, ਭਾਰਤ ਹੀ ਇੰਡੀਆ ਹੈ, ਫਿਰ ਮੈਨੂੰ ਲੱਗਦਾ ਕਿ ਇੰਡੀਆ ਤੋਂ ਭਾਰਤ ਕਰਨ ਦੀ ਥਾਂ ਤੇ ਕਿਤੇ ਨਾ ਕਿਤੇ ਹਿੰਦੁਸਤਾਨ ਵਾਲੇ ਪਾਸੇ ਨੂੰ ਜਿਹੜੀ ਹੈ ਹਿੰਮਤ ਕਰ ਲੈਣੀ ਚਾਹੀਦੀ ਸੀ ਆਉਣ ਦੀ ਮੋਦੀ ਤੇ ਸਰਕਾਰ ਵੱਲੋਂ। ਪਰ ਜੇ ਹਿੰਮਤ ਨਹੀਂ ਕੀਤੀ ਜਾ ਸਕਦੀ ਤੇ ਇਸ ਗੱਲ ਵੱਲ ਇਸ਼ਾਰਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਇਹਦੀਆਂ ਜੜ੍ਹਾਂ ਜਿਹੜੀਆਂ ਸਾਡੀ ਮਾਨਸ ਦੇ ਡੂੰਘੀਆਂ ਚਲ ਗਈਆਂ। ਕਿਉਂਕਿ ਜੇ ਹਿੰਦੂ ਸ਼ਬਦ ਵਰਤ ਲਿਆ ਜਾਂਦਾ ਤੇ ਬਹੁਤ ਸਾਰੇ ਜਿਹੜੇ ਲੋਕ ਹੈ ਜਿਹੜੇ ਵਿਦੇਸ਼ੀ ਵਿਚਾਰਧਾਰਾਵਾਂ ਵਾਲੇ ਅੱਜ ਵੀ ਇੱਥੇ ਪਣਪ ਰਹੇ ਨੇ, ਉਹਨਾਂ ਨੂੰ ਗੱਲ ਕਰਨ ਦਾ, ਉਹਨਾਂ ਨੂੰ ਸਰਕਾਰ ਦਾ ਵਿਰੋਧ ਕਰਨ ਦਾ, ਵਿਰੋਧੀ ਧਿਰਾਂ ਨੂੰ ਲਾਮਬੰਦ ਹੋਣ ਦਾ ਕਿਤੇ ਨਾ ਕਿਤੇ ਮੌਕਾ ਜਿਹੜਾ ਉਹ ਜ਼ਰੂਰ ਮਿਲ ਜਾਣਾ ਸੀ। ਸੋ ਹਾਲ ਦੀ ਘੜੀ ਭਾਰਤ ਸਰਕਾਰ ਬੇਸ਼ੱਕ ਕੁਝ ਵੱਡੀ ਤਬਦੀਲੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਲੱਗਦਾ ਕਿ ਉਹ ਚੀਜ਼ ਜਿਹਦੇ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੁੜ ਤੋਂ ਵਿਚਾਰ ਕਰਨਾ ਪਵੇਗਾ, ਉਸ ਜਿਹੜਾ ਹਿੰਦੁਸਤਾਨੀ ਜਿਹਨੂੰ ਆਪਾਂ ਸਭਿਅਤਾ ਕਹਿੰਦੇ ਆ, ਜਿਹੜੀ ਸਾਰਿਆਂ ਦੀ ਸਾਂਝੀ ਹੈ, ਜਿਹੜੀ ਇਹ ਦੱਸੇ ਕਿ ਹਿੰਦੂ ਕੋਈ ਮਜ਼ਹਬ ਨਹੀਂ ਹੈ, ਇਹ ਪੰਥ ਜਾਂ ਫਿਰਕਾ ਨਹੀਂ ਹੈ, ਇਹ ਤਾਂ ਬਹੁਤ ਸਾਰੇ ਪੰਥ ਫਿਰਕੇ, ਬਹੁਤ ਸਾਰੇ ਮਜ਼ਹਬਾਂ ਨੂੰ ਜਿਹੜਾ ਆਪਣੇ ਤੇ ਜੱਜ ਕਰਨ ਵਾਲਾ ਇੱਕ ਬਹੁਤ ਵੱਡਾ ਫਲਸਫਾ ਆ, ਜਿਹਦਾ ਜਿਹੜਾ ਉਤਪਤੀ ਜਿਹੜੀ ਹੈ ਉਹ ਸਿੰਧੂ ਦੇ ਨਾਂ ਤੋਂ ਹੁੰਦੀ ਹੈ। ਤੇ ਇਸ ਕਰਕੇ ਸਿੰਧੂ ਦੀ, ਹਿੰਦੂ ਦੀ, ਹਿਮਾਲਿਆ ਦੀ, ਇਹਨਾਂ ਦੀ ਬਹੁਤ ਵੱਡੀ ਜਿਹੜੀ, ਜਿੰਨੇ ਆਪ ਇਹ ਵਿਸ਼ਾਲ ਨੇ ਖੇਤਰ, ਜਿੰਨਾ ਸਮੁੰਦਰ ਵਿਸ਼ਾਲ ਹੈ, ਇੰਨਾ ਹੀ ਵਿਸ਼ਾਲ ਜਿਹੜਾ ਇਹ ਖੇਤਰ ਆ, ਇਹਦੇ ਅਰਥ ਵੀ ਉਨੇ ਵਿਸ਼ਾਲ ਨੇ। ਔਰ ਪਾਵਨ ਬਾਣੀ ਦੇ ਵਿੱਚ ਹਿੰਦੁਸਤਾਨ ਸ਼ਬਦ ਮੈਨੂੰ ਲੱਗਦਾ ਇਸੇ ਕਰਕੇ ਵੀ ਆਉਂਦਾ ਆ ਕਿ ਭਾਰਤ ਦਾ ਇੱਕ ਸਿਆਸੀ ਤੌਰ ਤੇ ਰਹਿ ਜਾਣਾ ਸੀ ਤੇ ਹਿੰਦੂ ਦੇ ਵਿੱਚ ਹਿੰਦੁਸਤਾਨ ਉਹ ਧਰਤੀ ਡਿਸਕ੍ਰਾਈਬ ਕਰ ਰਹੇ, ਗੁਰੂ ਨਾਨਕ ਜੀ ਦੇ ਬਾਰੇ ਦੱਸ ਰਹੇ ਨੇ ਕਿ ਉਹ ਧਰਤੀ ਹੈ, ਇਸ ਖੇਤਰ ਤੋਂ ਲੈ ਕੇ ਇਸ ਖੇਤਰ ਦੀ ਧਰਤੀ ਹੈ, ਜਿਹਦੇ ਉੱਤੇ ਹਮਲੇ ਦੀ ਗੱਲ ਜਿਹੜੀ ਹੈ ਉਹ ਬਾਬਰ ਵੱਲੋਂ ਜਿਹੜਾ ਹਮਲਾ ਹੋਇਆ ਉਹਦੀ ਕੀਤੀ ਜਾ ਰਹੀ ਹੈ। ਸੋ ਮੈਨੂੰ ਲੱਗਦਾ ਕਿ ਅੱਜ ਸਮੂਹਿਕ ਤੌਰ ਤੇ ਅਸੀਂ ਜਿਹੜੇ ਭਾਰਤੀ ਲੋਕ ਆ, ਚਾਹੇ ਅਸੀਂ ਆਪਣਾ ਇੰਡੀਅਨ ਕਹਿ ਕੇ ਮਾਣ ਮਹਿਸੂਸ ਕਰਦੇ ਹਾਂ, ਪਰ ਜਿੰਨਾ ਮਾਣ ਅਸੀਂ ਇੰਡੀਅਨ ਕਹਿਣ ਦੇ ਵਿੱਚ, ਜਿੰਨਾ ਅਸੀਂ ਭਾਰਤੀ ਕਹਿਣ 'ਚ ਮਾਣ ਮਹਿਸੂਸ ਕਰਦੇ ਹਾਂ, ਜਿਸ ਅਸੀਂ ਤਨ ਦੇ, ਜਿਸ ਖੁਸ਼ੀ ਦੇ ਹਾਲੇ ਪ੍ਰਗਟਾਵਾ ਕਰਦੇ ਹਾਂ, ਸਾਨੂੰ ਹਿੰਦੁਸਤਾਨ ਕਹਿਣ ਤੋਂ ਵੀ, ਹਿੰਦੁਸਤਾਨੀ ਆਪਣੇ ਆਪ ਨੂੰ ਕਹਿਣ ਤੋਂ ਬਿਲਕੁਲ ਜਿਹੜਾ ਉਹ ਗੁਰੇਜ਼ ਨਹੀਂ ਕਰਨਾ ਚਾਹੀਦਾ। ਤੇ ਅੱਜ ਜਿਹੜੇ ਆਪਣੇ ਆਪ ਨੂੰ ਲੋਕ ਹਿੰਦੂ ਸਮਝਦੇ ਨੇ, ਪਰ ਉਹ ਹਿੰਦੁਸਤਾਨੀ ਹੋਣ ਦੀ ਸਹੀ ਪਰਿਭਾਸ਼ਾ ਨਹੀਂ ਸਮਝਦੇ, ਕਿਤੇ ਨਾ ਕਿਤੇ ਵਿਚਰਤ ਨੇ, ਉਹਨਾਂ ਨੂੰ ਇਸ ਚੀਜ਼ ਤੋਂ ਬਾਹਰ ਆਉਣਾ ਚਾਹੀਦਾ
ਉਹਨਾਂ ਨੂੰ ਇਹ ਗੱਲ ਕਬੂਲ ਕਰਨੀ ਚਾਹੀਦੀ ਕਿ ਸਿਰਫ ਉਹ ਲੋਕ ਜਿਹੜੇ ਪੁਰਾਤਨ ਰਵਾਇਤਾਂ ਨਾਲ ਜੁੜੇ ਹੋਏ ਉਹੀ ਹਿੰਦੂ ਨਹੀਂ ਆ। ਹਿੰਦੂ ਕੱਲੀ ਰਵਾਇਤ ਜਾਂ ਆਸਥਾ ਦਾ ਨਾਂ ਨਹੀਂ ਹੈ। ਆਮ ਤੌਰ ਤੇ ਮਿੰਦਰੋ ਜੀ ਇਹ ਵੀ ਬੜੀ ਵੱਡੀ ਦਿੱਕਤ ਆ ਕਿ ਸਾਡੇ ਜਿਹੜੇ ਇਤਿਹਾਸਕਾਰ ਵੀ ਨੇ, ਜਿਹੜੇ ਵਿਦੇਸ਼ੀ ਇਤਿਹਾਸਕਾਰਾਂ ਨਾਲ, ਪੱਛਮੀ ਇਤਿਹਾਸਕਾਰਾਂ ਨਾਲ ਸਹਿਮਤ ਨਹੀਂ ਵੀ ਨੇ, ਉਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹਨੂੰ ਪਰਿਭਾਸ਼ਿਤ ਕਰਨ ਵਾਸਤੇ ਹਿੰਦੁਸਤਾਨ ਨੂੰ ਪਰਿਭਾਸ਼ਿਤ ਕਰਨ ਲੱਗਿਆ ਜਾਂ ਭਾਰਤ ਨੂੰ ਪਰਿਭਾਸ਼ਿਤ ਕਰਨ ਲੱਗਿਆ ਇਹਨੂੰ ਆਸਥਾ ਦੇ ਨਾਲ ਜੋੜਦੇ ਨੇ, ਜਦੋਂ ਕਿ ਇਹਦਾ ਕਿਸੇ ਇੱਕ ਆਸਥਾ ਦੇ ਨਾਲ ਨਾ ਤਾਂ ਕੋਈ ਸੰਬੰਧ ਸੀ, ਨਾ ਹੈ, ਤੇ ਨਾ ਹੀ ਕਦੀ ਇਹਦਾ ਸੰਬੰਧ ਹੋਣਾ। ਸਾਨੂੰ ਇਹਦੇ ਉੱਤੇ ਜਿਹੜਾ ਉਹ ਜ਼ਰੂਰ ਹਲੇ ਲੰਬਾ ਅਰਸਾ ਕੰਮ ਕਰਨ ਦੀ ਜਿਹੜੀ ਆ ਉਹ ਲੋੜ ਹੈ। ਸੋ ਅੱਜ ਦਾ ਸਮਾਂ ਜਿਹੜਾ ਕਾਫੀ ਹੋ ਗਿਆ, ਆਪਾਂ ਗੱਲਾਂ ਬਾਤਾਂ ਤੇ ਬਹੁਤ ਸੀ ਕਰਨ ਵਾਲੀਆਂ ਮਹਿੰਦਰੂ ਜੀ ਤੁਹਾਡੇ ਨਾਲ, ਪਰ ਤੁਹਾਡਾ ਸਮਾਂ ਹੋ ਗਿਆ। ਤੁਸੀਂ ਪਹਿਲੇ ਕਹਿਤਾ ਸੀ ਤੁਸੀਂ ਜਾਣਾ ਆ, ਤੇ ਜਾਂਦੇ ਜਾਂਦੇ ਤੁਸੀਂ ਆਪਣੀ ਗੱਲ ਜਿਹੜੀ ਆ ਖਤਮ ਕਰੋਗੇ ਤਾਂ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਮੈਂ ਇਸ ਗੱਲ ਨੂੰ ਸਮੇਂ ਦੇ ਮੁਤਾਬਿਕ ਇਹ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਅਸੀਂ, ਤੁਸੀਂ ਔਰ ਮੈਂ ਖੁਦ, ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ। ਅਸੀਂ ਕਿਤੇ ਵੀ ਦੁਨੀਆ 'ਚ ਜਾਂਦੇ ਹਾਂ ਤਾਂ ਸਾਨੂੰ ਪੰਜਾਬੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਲੇਕਿਨ ਇਹ ਪਹਿਲਾਂ ਜਿਹੜਾ ਹੈ ਹਿੰਦੁਸਤਾਨੀ ਸੀ, ਭਾਰਤੀ ਸੀ। ਬਾਅਦ ਦੇ ਵਿੱਚ ਅੰਗਰੇਜ਼ਾਂ ਤੋਂ ਬਾਅਦ ਆ ਕੇ ਇਸ ਦਾ ਨਾਮ ਇੰਡੀਅਨ ਜਿਹੜਾ ਆ ਉਹ ਜੋੜ ਦਿੱਤਾ ਗਿਆ ਸਾਡੇ ਨਾਲ। ਉਹ ਆਇਰਿਸ਼ ਨੂੰ ਸ਼ਾਰਟ ਕਰਕੇ ਉਹੀ ਕਾਨੂੰਨ, ਉਹੀ ਸਾਰੀ ਚੀਜ਼ਾਂ ਸਾਡੇ ਨਾਲ ਜੋੜ ਕੇ ਸਾਨੂੰ ਜਿਹੜਾ ਆ ਉਹ ਭਾਰਤ ਦੇ ਵਿੱਚ ਆਜ਼ਾਦ ਕਰ ਦਿੱਤਾ ਗਿਆ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਰੇ ਲੋਕਾਂ ਨੂੰ, ਕਿਉਂਕਿ ਪਿਛਲੇ ਕੁਝ 500 ਸਾਲ ਪਹਿਲਾਂ ਤੋਂ 550 ਸਾਲ ਪਹਿਲਾਂ ਜੋ ਸਿੱਖ ਇਤਿਹਾਸ ਦੀ ਰਚਨਾ ਕੀਤੀ ਗਈ ਸਾਡੇ ਗੁਰੂ ਮਹਾਰਾਜ ਦੇ ਵੱਲੋਂ, ਉਹ ਕੁਝ ਅੱਗੇ ਆ ਗਈ, ਲੇਕਿਨ ਉਹ ਪੰਜਾਬ ਦਾ ਇੱਕ ਹਿੱਸਾ ਹੈ। ਇਸੇ ਤਰ੍ਹਾਂ ਹੁਣ ਸਾਨੂੰ ਪੰਜਾਬੀ ਦੇ ਨਾਮ ਨਾਲ ਜਾਣਿਆ ਜਾਂਦਾ ਕਿਉਂਕਿ ਅਸੀਂ ਪੰਜਾਬ ਦੀ ਭੂਮੀ ਦੇ ਉੱਤੇ ਰਹਿਣ ਵਾਲੇ ਹਾਂ, ਪੰਜਾਬ ਦੀ ਭੂਮੀ ਦੇ ਉੱਤੇ ਅਸੀਂ ਜਨਮ ਲਿਆ ਹੈ। ਇਸੇ ਤਰ੍ਹਾਂ ਪੰਜ ਨਦ ਤੋਂ ਪਏ ਪੰਜ ਆਬ, ਇਹ ਵੀ ਜਿਹੜਾ ਅਰਬੀ ਦਾ ਸ਼ਬਦ ਆ ਆਬ ਕਰਕੇ ਅਸੀਂ ਆਪਣੀ ਪਹਿਚਾਣ ਨੂੰ ਪੰਜ ਆਬੀ ਕਬੂਲ ਕਰ ਲਿਆ। ਤੇ ਜੇ ਅਸੀਂ ਪੰਜਾਬੀ ਕਬੂਲ ਕਰਦੇ ਹਾਂ, ਨਾਲ ਸਾਨੂੰ ਹਿੰਦੁਸਤਾਨੀ ਵੀ ਜਿਹੜਾ ਉਸੇ ਹੀ ਸੈਂਸ ਦੇ ਵਿੱਚ ਜਿਹੜਾ ਉਹ ਕਬੂਲ ਕਰ ਲੈਣਾ ਚਾਹੀਦਾ। ਵੈਸੇ ਵੀ ਤੁਹਾਡੀ ਗੱਲ ਤੋਂ ਮਹਿੰਦਰ ਜੀ ਗੱਲ ਯਾਦ ਆ ਗਈ, ਇੱਕ ਗੱਲ ਯਾਦ ਆ ਗਈ ਕਿ ਕੋਈ ਵੀ ਵਿਅਕਤੀ ਕਿਸੇ ਇੱਕ ਹੀ ਪਹਿਚਾਣ ਦਾ ਲਖਾਇਕ ਨਹੀਂ ਹੁੰਦਾ, ਉਹਦੀ ਬਹੁਤ ਸਾਰੀਆਂ ਪਹਿਚਾਣ ਹੋ ਸਕਦੀਆਂ ਨੇ। ਜਿਵੇਂ ਅਕਸਰ ਗੱਲ ਕਰੀਏ ਕਿ ਜਿਵੇਂ ਮੇਰਾ ਨਾਂ ਜਾਂ ਤੁਹਾਡਾ ਨਾਂ ਰਜਿੰਦਰ ਹੈ, ਤੇ ਰਜਿੰਦਰ ਮਹਿੰਦਰੂ ਵੀ ਕਹਿ ਸਕਦੇ, ਤੁਹਾਨੂੰ ਕਦੇ ਰਜਿੰਦਰ ਜੀ ਵੀ ਕਹਿ ਸਕਦੇ ਨੇ, ਤੇ ਤੁਹਾਡੀ ਇਕੱਲੀ ਪਹਿਚਾਣ ਨਹੀਂ ਹੈ। ਇਸ ਤੋਂ ਇਲਾਵਾ ਕੋਈ ਤੁਹਾਨੂੰ ਇਹ ਜਾਣਦਾ ਹੋਏਗਾ ਕਿ ਇਹ ਪੱਤਰਕਾਰ ਨੇ, ਕੋਈ ਤੁਹਾਨੂੰ ਇਹ ਜਾਣਦਾ ਹੋਏਗਾ ਕਿ ਇਹ ਇਹਨਾਂ ਦੇ ਪਿਤਾ ਜੀ ਦੇ ਨਾਂ ਨਾਲ ਜਾਣਦੇ ਹੋਣਗੇ, ਕੋਈ ਤੁਹਾਡੇ ਖਾਨਦਾਨ ਦੇ ਨਾਮ ਨਾਲ ਜਾਣਦੇ ਹੋਣਗੇ, ਕੋਈ ਤੁਹਾਨੂੰ ਕਿਸੇ ਹੋਰ ਕਾਰੋਬਾਰ ਦੇ ਨਾਮ ਨਾਲ ਜਾਣਦਾ ਹੋਏਗਾ। ਇਸੇ ਤਰੀਕੇ ਨਾਲ ਜਦੋਂ ਅਸੀਂ ਪੰਜਾਬ ਦੀ ਧਰਤੀ ਦੇ ਤੌਰ ਤੇ ਦੱਸਣਾ, ਅਸੀਂ ਤਾਂ ਵੀ ਆਪਣੇ ਨੂੰ ਪੰਜਾਬੀ ਦੱਸ ਸਕਦੇ ਹਾਂ। ਜਦੋਂ ਅਸੀਂ ਬੋਲੀ ਦੇ ਲਿਹਾਜ਼ ਨਾਲ ਦੱਸਣਾ, ਅਸੀਂ ਆਪਣੇ ਨੂੰ ਪੰਜਾਬੀ ਦੱਸ ਸਕਦੇ ਹਾਂ। ਤੇ ਜੇ ਅਸੀਂ ਨਾਲ ਪੰਜਾਬੀਆਂ ਦੇ ਨਾਲ ਅਸੀਂ ਇੰਡੀਅਨ ਵੀ ਹੋ ਸਕਦੇ ਹਾਂ, ਨਾਲ ਦੇ ਨਾਲ ਅਸੀਂ ਭਾਰਤੀ ਹੋ ਸਕਦੇ ਹਾਂ, ਤੇ ਨਾਲ ਦੇ ਨਾਲ ਅਸੀਂ ਹਿੰਦੁਸਤਾਨੀ ਵੀ ਹੋ ਸਕਦੇ ਹਾਂ। ਇਸੇ ਤਰੀਕੇ ਦੇ ਨਾਲ ਜਿਹੜਾ ਸਾਨੂੰ ਜਿਹੜੀਆਂ ਇਹ ਪੰਥਕ ਪ੍ਰਵਿਰਤੀ ਹੈ ਜਿਹਦਾ ਆਪਾਂ ਜ਼ਿਕਰ ਕਰਦੇ ਆ ਰਹੇ, ਮੈਨੂੰ ਲੱਗਦਾ ਉਹ ਤੋਂ ਬਾਹਰ ਆਉਣ ਦੀ ਲੋੜ ਹੈ। ਸਾਨੂੰ ਜਿਹੜੇ ਇਹਦੇ ਬਹੁਆਯਾਮੀ ਅਰਥ ਆ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਉਹ ਸਾਡਾ ਸੰਬੰਧ ਤਾਂ ਪੂਰੇ ਬ੍ਰਹਿਮੰਡ ਨਾਲ ਵੀ ਹੈ, ਪੂਰੀ ਧਰਤੀ ਨਾਲ ਵੀ ਹੈ। ਜੇ ਸਾਨੂੰ ਕੋਈ ਕਹਿੰਦਾ ਵੀ ਤੁਸੀਂ ਧਰਤੀ ਦੇ ਵਾਸੀ ਆ, ਅਸੀਂ ਕਿਸੇ ਨਾਲ ਲੜ ਥੋੜੀ ਪੈਣਾ, ਜੇ ਸਾਨੂੰ ਧਰਤੀ ਦੇ ਵਾਸੀ ਕਿਉਂ ਕਹਿਤਾ, ਅਸੀਂ ਤਾਂ ਭਾਰਤੀ ਹਾਂ। ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਉਹੀ ਗੱਲ ਬਿਲਕੁਲ ਸਹੀ ਹੈ ਕਿ ਸਾਡੇ ਜਿਹੜੇ ਪੁਰਾਣੇ ਇਤਿਹਾਸਕਾਰ ਰਹੇ ਨੇ, ਉਹਨਾਂ ਨੇ ਇਹਨੂੰ ਪੁਰਾਣੇ ਇਤਿਹਾਸ ਨੂੰ ਲੁਕੋ ਕੇ ਆਪਣੇ ਨਵੇਂ ਇਤਿਹਾਸ ਨੂੰ ਵੱਡਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਹੁਣ ਭਾਰਤ ਸਰਕਾਰ ਨੂੰ ਵੀ ਔਰ ਜਿਹੜੇ ਤੁਹਾਡੇ ਵਰਗੇ ਬੁੱਧੀਜੀਵੀ ਲੋਕ ਨੇ ਉਹਨਾਂ ਨੂੰ ਵੀ ਇਹ ਚਾਹੀਦਾ ਹੈ ਕਿ ਪੁਰਾਣੇ ਇਤਿਹਾਸ ਨੂੰ ਸਹੀ ਸ਼ਬਦਾਂ ਦੇ ਵਿੱਚ, ਸਹੀ ਅਰਥਾਂ ਦੇ ਵਿੱਚ ਲੋਕਾਂ ਨੂੰ ਦੱਸਿਆ ਜਾਵੇ, ਤਾਂ ਕਿ ਲੋਕਾਂ ਨੂੰ ਹਿੰਦੁਸਤਾਨੀ ਔਰ ਭਾਰਤੀ ਕਹਿਣ ਦੇ ਵਿੱਚ ਆਪਣੇ ਆਪ ਨੂੰ ਗਰਵ ਮਹਿਸੂਸ ਹੋਵੇ, ਔਰ ਸਾਰਿਆਂ ਨੂੰ ਇਨਸਾਨੀ ਨਾਤੇ ਵੀ ਆਪਣੇ ਦੇਸ਼ ਦੀ ਮਾਤਰ ਭੂਮੀ ਨੂੰ ਪ੍ਰਣਾਮ ਕਰਦੇ ਹੋਏ, ਸਨਮਾਨ ਕਰਦੇ ਹੋਏ ਆਪਣੀ ਮਾਤਰ ਭੂਮੀ ਦਾ ਨਾਮ ਜਿਹੜਾ ਹੈ ਉਹ ਉੱਚਾ ਕਰਨ ਦੀ ਲੋੜ ਹੈ ਔਰ ਅੱਗੇ ਲੈ ਕੇ ਆਉਣ ਦੀ ਲੋੜ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ, ਅੱਜ ਦੇ ਸਮੇਂ ਦੇ ਮੁਤਾਬਿਕ ਹੀ ਜਿਹੜੀ ਗੱਲ ਤੁਸੀਂ ਕਹੀ ਕਿ ਭਾਰਤ ਸਰਕਾਰ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਜ਼ੋਖਿਮ ਨਹੀਂ ਲੈ ਰਹੀ, ਕਿਉਂਕਿ ਅਗਰ ਉਹ ਅੱਜ ਇਸ ਨੂੰ ਹਿੰਦੁਸਤਾਨ ਜਿਹੜਾ ਹੈ ਉਹ ਪ੍ਰਭਾਵਿਤ ਕਰਕੇ ਉਸ ਨੂੰ ਅੱਗੇ ਲੈ ਕੇ ਆਏਗੀ ਤਾਂ ਸ਼ਾਇਦ ਬਹੁਤ ਸਾਰਾ ਵੱਡਾ ਵਿਰੋਧ ਜਿਹੜਾ ਆ ਉਸ ਦਾ ਸਾਹਮਣਾ ਕਰਨਾ ਪਵੇ। ਪਰ ਸਰਕਾਰ ਚਾਹੁੰਦੀ ਹੈ ਕਿ ਸਹੀ ਮਾਇਨੇ ਦੇ ਵਿੱਚ ਲੋਕਾਂ ਨੂੰ ਇਸ ਦਾ ਅਰਥ ਵੀ ਪਤਾ ਲੱਗ ਜਾਵੇ ਔਰ ਸਾਡੀ ਜਿਹੜੀ ਵਿਗੜੀ ਹੋਈ ਲਾਈਨ ਹੈ ਉਹ ਵੀ ਸਿੱਧੀ ਹੋ ਜਾਵੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਤੁਹਾਡੇ ਵਰਗੇ ਜਿਹੜੇ ਬੁੱਧੀਜੀਵੀ ਲੋਕ ਨੇ
ਉਹ ਅੱਗੇ ਆਣਗੇ ਔਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਲੋਕਾਂ ਨੂੰ ਭਾਰਤ ਵਰਸ਼ ਦਾ, ਹਿੰਦੁਸਤਾਨ ਦਾ ਔਰ ਇਸ ਦਾ ਪੁਰਾਣਾ ਇਤਿਹਾਸ ਲੋਕਾਂ ਨੂੰ ਦੱਸਦੇ ਹੋਏ ਔਰ ਸਾਰਾ ਕੁਝ ਸਾਹਮਣੇ ਲਿਆਂਦੇ ਹੋਣਗੇ ਔਰ ਲੋਕਾਂ ਨੂੰ ਵੀ ਇਹ ਚੀਜ਼ ਸਮਝ ਆਏਗੀ ਕਿ ਅਸੀਂ ਸਾਰੇ ਆਪਣੇ ਆਪਣੇ ਕਿਸ ਭੂਮੀ ਦੇ ਵਾਸੀ ਹਾਂ ਔਰ ਸਾਡੇ ਨਾਮ ਦੇ ਨਾਲ ਕਿਹੜਾ ਸ਼ਬਦ ਜੁੜਨਾ ਸਾਡੇ ਲਈ ਮਾਣ ਮਹਿਸੂਸ ਕਰਦਾ ਹੈ। ਬਿਲਕੁਲ ਮਹਿੰਦਰੋ ਜੀ, ਮੈਨੂੰ ਤਾਂ ਇਹ ਲੱਗਦਾ ਕਿ ਜੇ ਅਸੀਂ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੀ ਜਿਹੜੀ ਉਹ ਮਹਾਨ ਵਿਰਾਸਤ ਹੈ, ਜਿਹਦੇ ਚ ਪੂਰੇ ਬ੍ਰਹਿਮੰਡ ਨੂੰ, ਪੂਰੇ ਸੰਸਾਰ ਨੂੰ ਗੁਰੂ ਦੇ ਰੂਪ, ਸਤਿਗੁਰੂ ਦੇ ਰੂਪ ਸਾਡੇ ਅੱਗੇ ਰੱਖਦੇ ਨਜ਼ਰ ਆਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ, ਤੇ ਉਹਨਾਂ ਦੀ ਬਾਣੀ ਦੇ ਵਿੱਚ ਜੇ ਹਿੰਦੁਸਤਾਨ ਸ਼ਬਦ ਆਇਆ, ਉਹਦੇ ਵਿਸ਼ਾਲਤਾ ਵਾਲੇ ਜਿਹੜੇ ਅਰਥ ਆ, ਉਹਨਾਂ ਨੂੰ ਵਿਸ਼ਾਲ ਹਿਰਦੇ ਦੇ ਨਾਲ ਹੀ ਅਸੀਂ ਅਗਰ ਕਬੂਲ ਕਰਕੇ ਅੱਗੇ ਵਧਦੇ ਹਾਂ, ਤੇ ਮੈਨੂੰ ਲੱਗਦਾ ਕਿ ਕਿਸੇ ਵੀ ਤਰੀਕੇ ਨਾਲ ਸਾਨੂੰ ਜਿਹੜਾ ਸਾਡਾ ਮਾਣ ਆ, ਜਿੰਨਾ ਮਾਣ ਸਾਡਾ ਭਾਰਤੀ ਹੋਣ ਤੇ ਆ, ਜਿੰਨਾ ਮਾਣ ਲੋਕਾਂ ਨੂੰ ਇੰਡੀਅਨ ਹੋਣ ਤੇ ਆ, ਉਹਨਾਂ ਹੀ ਮਾਣ ਸਾਨੂੰ ਜਿਹੜਾ ਹਿੰਦੁਸਤਾਨੀ ਹੋਣ ਤੇ ਵੀ ਉਹ ਹੋਣ ਲੱਗੇਗਾ। ਉਹਦੇ ਉੱਤੇ ਮੈਨੂੰ ਲੱਗਦਾ ਕਿ ਜਿਹੜਾ ਖਾਸ ਤੌਰ ਤੇ ਸਿੱਖ ਭਾਈਚਾਰਾ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਰਧਾਲੂ ਆ, ਉਹਨੂੰ ਤੇ ਘੱਟੋ ਘੱਟ ਇਸ ਖੇਤਰ 'ਚ ਪਹਿਲ ਕਰਨ ਲਈ ਅੱਗੇ ਆਉਣਾ ਚਾਹੀਦਾ ਕਿ ਭਾਈ ਸਾਨੂੰ ਤਾਂ ਸਾਡੇ ਸਤਿਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਆ ਉਹ ਹਿੰਦੁਸਤਾਨ ਦਾ, ਹਿੰਦੁਸਤਾਨੀ ਹੋਣ ਦਾ ਨਾਂ ਦੇ ਗਏ ਆ, ਤੇ ਬਾਅਦ ਵਿੱਚ ਭਾਵੇਂ ਸੰਵਿਧਾਨ ਦੇ ਵਿੱਚ ਉਹਦਾ ਜੋ ਮਰਜ਼ੀ ਪਰਿਭਾਸ਼ਿਤ ਕੀਤਾ ਗਿਆ ਹੋਵੇ, ਕਿਉਂਕਿ ਗੁਰੂ ਨਾਨਕ, ਗੁਰੂ ਰਵਿਦਾਸ, ਕਬੀਰ ਸਾਹਿਬ ਨਹੀਂ ਕਿਸੇ ਨੇ ਬਣ ਜਾਣਾ, ਠੀਕ ਆ। ਬਾਕੀ ਸੰਸਾਰ ਦੀਆਂ ਪੜ੍ਹਾਈਆਂ ਜਿੰਨੀਆਂ ਮਰਜ਼ੀ ਕੋਈ ਵੱਡੀਆਂ ਕਰ ਲਵੇ, ਉਹ ਲੋਕ ਫਿਰ ਵੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹੋਰ ਜਿਹੜੇ ਸਾਡੇ ਪੁਰਾਤਨ ਮਹਾਂਪੁਰਸ਼ ਨੇ, ਉਹਨਾਂ ਦੇ ਮੁਕਾਬਲੇ ਤੇ ਮੈਨੂੰ ਲੱਗਦਾ ਕਿ ਅਸੀਂ ਉਹਨਾਂ ਦਾ ਜਿਹੜਾ ਕਿਸੇ ਵੀ ਤਰੀਕੇ ਨਾਲ ਉਹਨਾਂ ਤੋਂ ਉਮੀਦ ਨਹੀਂ ਕਰ ਸਕਦੇ ਉਸ ਸਮਰੱਥਾ ਦੀ। ਸੋ ਸਾਨੂੰ ਵਿਚਾਰ ਕਰਨਾ ਪਵੇਗਾ ਉਸੇ ਵਿਸ਼ਾਲਤਾ ਦੇ ਨਾਲ, ਉਸੇ ਵਿਸ਼ਾਲ ਬੁੱਧੀ ਦੇ ਨਾਲ ਸਾਨੂੰ ਵਿਚਾਰ ਕਰਨਾ ਚਾਹੀਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਬਾਣੀ 'ਚ ਇਸਦਾ ਖੇਤਰ ਦਾ ਨਾਂ ਹਿੰਦੁਸਤਾਨ ਦੇ ਗਏ ਆ, ਤੇ ਜ਼ਰੂਰ ਉਹਦੇ ਪਿੱਛੇ ਜਿਹੜੇ ਕਾਰਨ ਨੇ ਲੁਕ ਰਹੇ, ਉਹਨਾਂ ਨੂੰ ਖੰਗਾਲਣ ਦੀ, ਉਹਨਾਂ ਨੂੰ ਲੱਭਣ ਦੀ, ਤਲਾਸ਼ਣ ਦੀ ਸਾਨੂੰ ਖੁੱਲੇ ਦਿਲ ਦੇ ਨਾਲ ਜਿਹੜੀ ਕੋਸ਼ਿਸ਼ ਉਹ ਕਰਨੀ ਚਾਹੀਦੀ ਹੈ। ਇੱਥੇ ਹੀ ਆਪਾਂ ਅੱਜ ਦੀ ਗੱਲਬਾਤ ਖਤਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।